फादर की डैथ होने तो बाद विच जिन्ना पैसा धेला ਸੀ ਉਹ ਸਾਰਾ ਮਾਤਾ ਦੇ ਅੰਡਰ ਚਲ ਗਿਆ ਕਿਉਂਕਿ ਜੋ ਆਪਾਂ ਉਦੋਂ ਮੈਂ ਤਿੰਨ ਭੈਣ ਭਰਾ ਅਸੀਂ ਤਿੰਨੇ ਛੋਟੇ ਹਾਂ ਤੇ ਚਲੋ ਘਰ ਦੀ ਕਰਤਾ ਧਰਤਾ ਮਾਤਾ ਸੀ ਤੇ 5-6 ਮਹੀਨੇ ਜਦੋਂ ਮੈਂ ਉਦੋਂ ਥੋੜਾ ਬਹੁਤਾ ਰੋਣ ਦੇ ਕਾਰਨ ਕਿਤੇ ਮੈਨੂੰ ਕਿਸੇ ਨੇ ਮਾਤਾ ਨੂੰ ਕਹਿ ਦਿੱਤਾ ਕਿ ਇਹਨੂੰ ਚਰਚ ਲੈ ਜਾਓ। ਉਸ ਤੋਂ ਬਾਅਦ ਮੇਰੀ ਮਾਤਾ ਨੂੰ ਇਹਨਾਂ ਨੇ ਇਹੋ ਜਿਹਾ ਗਮਰਾਹ ਕੀਤਾ, ਮਾਤਾ ਨੂੰ ਬਸ ਫਿਰ ਲੁੱਟਣਾ ਸ਼ੁਰੂ ਕਰ ਦਿੱਤਾ ਪਾਸਟਰਾਂ ਨੇ। ਬਾਈਬਲ ਦੇ ਵਿੱਚ ਨਾ ਇੱਕ ਆਉਂਦੀ ਆ ਉਹ ਪੋਥੀ, ਉਹਨੂੰ ਕਹਿੰਦੇ ਜੀਵਨ ਦੀ ਪੋਥੀ। ਬਾਈਬਲ ਦੇ ਵਿੱਚ ਇੱਕ ਆਇਤ ਆਉਂਦੀ, ਉਹਦੇ ਵਿੱਚ ਲਿਖਿਆ ਕਿ ਜੀਵਨ ਦੀ ਪੋਥੀ, ਉੱਥੇ ਤੁਹਾਡਾ ਨਾਮ ਰਜਿਸਟਰਡ ਹੋਣਾ ਜ਼ਰੂਰੀ ਆ। ਇਹਨਾਂ ਨੇ ਪਹਿਲਾਂ ਮੇਰੀ ਮਾਤਾ ਨੂੰ ਕਿਹਾ ਕਿ ਭੈਣ ਜੀ ਤੁਸੀਂ ਆਪਣਾ ਨਾਂ ਜਿਹੜਾ ਸਵਰਗ ਦੇ ਵਿੱਚ ਰਜਿਸਟਰਡ ਕਰਾ ਲਓ, ਕਿਉਂਕਿ ਸਵਰਗ ਦੇ ਵਿੱਚ ਨਾਂ ਰਜਿਸਟਰਡ ਹੋਣਾ ਤੁਹਾਡਾ ਜ਼ਰੂਰੀ। ਤੁਸੀਂ ਉੱਥੋਂ ਦੇ ਵਸਨੀਕ ਬਣਨਾ, ਜਾ ਕੇ ਮਰਨ ਤੋਂ ਬਾਅਦ ਤੁਸੀਂ ਉੱਥੇ ਜਾਣਾ ਵਾ। ਪਹਿਲਾਂ ਤੁਹਾਡਾ ਨਾਂ ਉੱਥੇ ਰਜਿਸਟਰਡ ਹੋਊਗਾ, ਫਿਰ ਤੁਹਾਨੂੰ ਪਲਾਟ ਲਿਆ ਕੇ ਦੇਵਾਂਗੇ, ਫਿਰ ਉਹ ਪਲਾਟ 'ਤੇ ਤੁਹਾਨੂੰ ਬਣਾ ਕੇ ਦੇਵਾਂਗੇ, ਕੋਠੀ ਪੂਰੀ ਤਿਆਰ ਕਰਕੇ ਦੇਵਾਂਗੇ। ਇਸੇ ਤਰੀਕੇ ਨਾਲ ਹੌਲੀ ਹੌਲੀ ਇਹਨਾਂ ਨੇ ਮੇਰੀ ਮਾਤਾ ਕੋਲ ਪੈਸੇ ਲੈਣੇ ਸ਼ੁਰੂ ਕਰਤੇ ਕਿ ਭੈਣ ਜੀ ਇੰਨੇ ਪੈਸੇ ਦਿਓ, ਉਨੇ ਦਿਓ। ਤੇ ਜੇ ਗੱਲ ਕਰੀਏ ਸਵਰਗਾਂ 'ਚ ਪਲਾਟ ਲੈਣ ਦੀ ਗੱਲ, ਤੇ ਉੱਥੇ ਕੌਣ ਕਲੋਨੀਆਂ ਕੱਟ ਰਿਹਾ ਵਾ ਤੇ ਕੌਣ ਜਿਹੜੇ ਇੱਥੋਂ ਦਾ ਜਿਹੜਾ ਪੈਸਾ ਵਾ ਉਹ ਸਵਰਗਾਂ 'ਚ ਵੀ ਚੱਲਦਾ। ਤੇ ਜੇ ਗੱਲ ਕਰੀਏ ਮਰਨ ਤੋਂ ਬਾਅਦ ਕਿਹਨੂੰ ਪਤਾ ਵਾ ਵੀ ਮੈਂ ਸਵਰਗ 'ਚ ਜਾਣਾ ਜਾਂ ਮੈਂ ਨਰਕ 'ਚ ਜਾਣਾ। ਕਿਸ ਤਰ੍ਹਾਂ ਦੇ ਜਿੰਦੇ ਜੀ ਕਿਸੇ ਨੂੰ ਕਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਵੀ ਭਾਈ ਤੂੰ ਸਵਰਗ 'ਚ ਜਾਣਾ ਵਾ। ਇਹ ਕਹਿੰਦੇ ਨਾ ਅਸੀਂ ਧਰਮ ਨਹੀਂ ਬਦਲਾਉਣੇ, ਅਸੀਂ ਮਨ ਬਦਲਾਉਣੇ। ਵਾਕਈ ਇਹ ਮਨ ਬਦਲਾਉਂਦੇ ਆ। ਵੇਖੋ ਵਿਗਿਆਨੀਆਂ ਨੇ ਚੰਨ ਤੇ ਪਲਾਟ ਤੇ ਵਾਕਈ ਤੁਹਾਡੀ ਗੱਲ ਸਹੀ ਵੀ ਕੱਟ ਕੇ ਦਿੱਤੇ ਲੋਕਾਂ ਨੂੰ, ਲਏ ਵੀ ਆ ਲੋਕਾਂ ਨੇ, ਅਸੀਂ ਵੇਖੇ ਵੀ ਆ। ਚਲੋ ਇੱਕ ਦੋ ਆਪਣੇ ਇੱਧਰ ਭਾਰਤ ਦੇ ਵੀ ਆ, ਹੋ ਸਕਦਾ ਵੱਧ ਹੋਣ, ਮੈਨੂੰ ਇੰਨੀ ਜਾਣਕਾਰੀ ਨਹੀਂ ਹੈਗੀ ਜਿਨ੍ਹਾਂ ਨੇ ਚੰਨ ਤੇ ਪਲਾਟ ਲਏ ਆ। ਤੇ ਪਰ ਮੈਨੂੰ ਲੱਗਦਾ ਵੀ ਲੋਕਾਂ ਨੂੰ ਸਵਰਗ ਦਾ ਝਾਂਸਾ ਦੇ ਕੇ ਸਵਰਗ ਦੇ ਨਾਂ ਤੇ ਪਲਾਟ ਦਵਾਉਣ ਦੇ ਚੱਕਰਾਂ ਦੇ ਵਿੱਚ ਇਹਨਾਂ ਨੇ ਆਪ ਚੰਨ ਤੇ ਖਰੀਦ ਲੈਣੇ ਪਲਾਟ। ਤੁਹਾਡੀ ਮਾਤਾ ਜੀ ਨੇ ਕਦੀ ਪੁੱਛਿਆ ਨਹੀਂ ਜਾਂ ਤੁਸੀਂ ਕਦੀ ਪੁੱਛਿਆ ਨਹੀਂ ਹੈ ਵੀ ਸਵਰਗ 'ਚ ਪਲਾਟਾਂ ਦੀ ਗੱਲ ਕੀਤੀ ਜਾ ਰਹੀ ਆ, ਕਿੰਨੇ ਮਰਲੇ ਦਾ ਪਲਾਟ ਹੋਊਗਾ, ਕਿੱਥੇ ਹੋਊਗਾ। ਤੇ ਜੇ ਗੱਲ ਕਰੀਏ ਰਜਿਸਟਰੀ ਦੀ, ਕਹਿੰਦੇ ਰਜਿਸਟਰੀ ਜ਼ਰੂਰ ਹੁੰਦੀ ਆ, ਇੰਨੇ ਪੈਸੇ ਦਿੱਤੇ ਆ ਤੇ ਰਜਿਸਟਰੀ ਦੀ ਸੀ ਮੰਗੀ। ਦੂਜਿਆਂ ਨੂੰ ਤਾਂ ਕਹਿੰਦੇ ਵੀ ਤੁਸੀਂ ਕਿਸੇ ਧਰਮ ਨੂੰ ਮੰਨਣਾ ਨਹੀਂ ਆ, ਕਿਸੇ ਧਰਮ ਦਾ ਤੁਸੀਂ ਸਤਿਕਾਰ ਨਹੀਂ ਕਰਨਾ, ਕਿਸੇ ਦੇ ਸਿਰ ਨਹੀਂ ਝੁਕਾਉਣਾ। ਜਿਹੜਾ ਸਾਡੇ ਪਾਸਟਰ ਦਾ ਭਰਾ ਹੀ ਸਕਾ, ਉਹ ਆਪ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਦੋਂ ਉਹਦਾ ਵਿਆਹ ਸੀ ਉਹਨੇ ਫੇਰੇ ਵੀ ਲਏ ਆ, ਕਿਰਪਾਨ ਫੜੀ ਹੱਥ ਦੇ ਵਿੱਚ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਉਹਨੇ ਮੱਥਾ ਟੇਕਿਆ। ਤੇ ਸਾਨੂੰ ਭੜਕਾਈ ਗਿਆ ਵੀ ਇਹ ਸ਼ੈਤਾਨ ਆ, ਇਹ ਦੇਵੀ ਦੇਵਤੇ, ਇਹ ਸਾਰੇ ਗੁਰੂ ਪੀਰ ਸਾਰੇ ਜਿਹੜੇ ਸ਼ੈਤਾਨ ਆ, ਇਹਨਾਂ ਨੂੰ ਆਪਾਂ ਮੱਥਾ ਨਹੀਂ ਟੇਕਣਾ, ਆਪਾਂ ਸਿਰਫ ਪਰਮੇਸ਼ਰ ਨੂੰ ਮੰਨਣਾ। ਪਰ ਉਹ ਪਰਮੇਸ਼ਰ ਦੇ ਨਾਲ ਨਹੀਂ ਅਗਲੇ ਨੂੰ ਜੋੜਦੇ, ਆਪਣੇ ਨਾਲ ਜੋੜਦੇ, ਆਪਣੇ ਥੱਲੇ ਲਾ ਕੇ ਰੱਖਦੇ ਆ। ਇਹ ਕਹਿੰਦੇ ਤੁਸੀਂ ਪਰਮੇਸ਼ਰ ਦੀਆਂ ਭੇਡਾਂ ਬਣਨਾ ਵਾ ਤੇ ਯਿਸੂ ਮਸੀਹ ਤੁਹਾਡਾ ਚਰਵਾਹਾ ਵਾ। ਗੀਤ ਵੀ ਗਾਉਂਦੇ, ਸਾਡੇ ਕੋਲ ਗਵਾਉਂਦੇ ਰਹੇ ਆ। ਇਹਦੀ ਤੁਸੀਂ ਕਿੰਨਾ ਚਿਰ ਜਿਹੜਾ ਵਾ ਇਸ ਧਰਮ ਵਿੱਚ ਰਹੇ ਨੇ? ਤੇ ਗੱਲ ਕਰੀਏ ਪਰਿਵਾਰ ਦੀ, ਜਾਂ ਤੁਸੀਂ ਪਾਸਟਰਾਂ ਦੇ ਨਾਲ ਜਾ ਕੇ ਜਿਵੇਂ ਲੋਕਾਂ ਦੇ ਘਰਾਂ ਵਿੱਚ ਦਵਾਵਾਂ ਕਰਦੇ ਰਹੇ, ਤੁਸੀਂ ਵੀ ਇਸ ਤਰ੍ਹਾਂ ਲੋਕਾਂ ਦੇ ਘਰਾਂ ਜਾ ਕੇ ਦਵਾ ਕਰਦੇ ਰਹੇ ਸੀ? ਮੈਂ ਤੇ ਜਿਸ ਦਿਨ ਨਹੀਂ ਪਾਸਟਰਾਂ ਦੇ ਨਾਲ ਜਾਂਦਾ, ਨਹੀਂ ਉਹਨਾਂ ਦੇ ਨਾਲ ਦਵਾ ਬੰਦਗੀ ਕਰਨ ਚਾਹੀਦਾ, ਜਾਂ ਐਤਵਾਰ ਨੂੰ ਚਰਚ ਨਹੀਂ ਚਾਹੀਦਾ, ਬਹੁਤ ਘਰੇ ਕਲੇਸ਼ ਪੈ ਜਾਂਦਾ ਸੀ ਵੀ ਤੂੰ ਤੇਰੇ ਵਿੱਚ ਸ਼ੈਤਾਨ ਆ ਗਿਆ ਵਾ। ਸਾਨੂੰ ਰਾਤ ਨੂੰ ਨਾ ਸੌਣ ਨਹੀਂ ਦਿੱਤਾ ਜਾਂਦਾ ਹੁੰਦਾ, ਮਾਤਾ ਇਹਨਾਂ ਦੇ ਨਾਲ ਘੱਲ ਦਿੰਦੀ, ਮੈਂ ਆਪ ਢੋਲਕੀ ਵਜਾਉਂਦਾ ਰਿਹਾ ਉੱਥੇ। ਹੁਣ ਅੱਜ ਤੋਂ 10 ਸਾਲ ਪਹਿਲਾਂ ਜਦੋਂ ਅਸੀਂ ਖਾਸੇ ਆਏ, ਪਹਿਲਾਂ ਅਸੀਂ ਚਗਾਵੇਂ ਰਹਿੰਦੇ ਹਾਂ, ਜਦੋਂ 10 ਸਾਲ ਪਹਿਲਾਂ ਖਾਸੇ ਆਏ, ਜਦੋਂ ਇਹਨਾਂ ਨੇ ਵੇਖਿਆ ਵੀ ਆ ਘਰ-ਬਾਰ ਬਣਾ ਲਿਆ ਥੋੜ੍ਹਾ ਜਿਹਾ, ਇਹਨਾਂ ਨੇ ਵੀ ਮਾਤਾ ਦੀ ਪੈਨਸ਼ਨ ਆਉਂਦੀ, ਮਾਤਾ ਚਰਚ ਜਾਂਦੀ ਆ। 2 ਪਾਸਟਰ ਇੱਥੋਂ ਦੇ, ਉਹਨਾਂ ਨੂੰ ਮੈਂ ਥੋੜ੍ਹੇ ਦਿਨਾਂ ਲੈ ਕੇ ਆਊਂਗਾ ਕੈਮਰੇ ਕੇ। ਉਹ ਪਾਸਟਰ ਨੇ 2 ਜਨਾਨੀਆਂ ਵੀ ਇੱਥੋਂ ਕੱਢ ਕੇ ਖੜੀਆਂ ਪਿੰਡ 'ਚੋਂ ਹੀ, ਉਹ ਵੀ ਬੰਦੇ ਕੈਮਰੇ 'ਚ ਤੁਹਾਡੇ ਸਾਹਮਣੇ ਆਉਣਗੇ ਇੱਥੇ ਥੋੜ੍ਹੇ ਦਿਨਾਂ ਤੱਕ। ਤੇ ਉਹ ਪਾਸਟਰ ਤੇ ਇੱਕ ਹੋਰ ਪਾਸਟਰ, ਦੋਵੇਂ ਜਣੇ ਬਹਿ ਕੇ ਗੱਲਾਂ ਕਰ ਰਹੇ ਕਿ ਆਪਾਂ ਪਿਆਰ ਨਾਲ ਬਹਿ ਕੇ ਖਾਣਾ, ਇੱਕ ਦੂਜੇ ਦੀ ਬਦਨਾਮੀ ਨਹੀਂ ਕਰਨੀ। ਮੱਛੀ ਮੋਟੀ ਆ, ਇਹਨੂੰ ਆਪਾਂ ਦੋਨਾਂ ਜਣਿਆਂ ਨੇ ਰਲ ਕੇ ਖਾਣਾ। ਮੇਰੀ ਮਾਤਾ ਬਾਰੇ ਕਹਿ ਰਹੇ ਸੀ, ਜਿਹੜਾ ਲੋਕਾਂ ਦਾ ਪਿਤਾ ਬਣਿਆ ਸੀ ਸਰਸੇ ਵਾਲਾ, ਉਹ ਅੰਦਰ ਬੈਠਾ ਨਾ, ਹੁਣ ਜਿਹੜਾ ਅੰਕਸ਼ ਨਰੂਲਾ ਲੋਕਾਂ ਦਾ ਪਾਪਾ ਬਣਿਆ ਨਾ, ਵੀ ਪਾਪਾ ਜੀ। ਵੇਖੋ ਤੁਸੀਂ ਇੱਕ ਗੱਲ ਹੈ, ਹੁਣ ਮੈਂ ਪਹਿਲੇ ਦਿਨ ਚਰਚ ਗਿਆ, ਮੈਨੂੰ ਕੀ ਪਤਾ ਪਾਸਟਰ ਨੂੰ ਇੱਥੇ ਪਾਪਾ ਜੀ ਕਹਿੰਦੇ ਆ। ਉੱਥੇ ਕਹੇ ਸਾਰੇ ਜਿੰਨੇ ਗਵਾਹੀ ਦੇ ਰਹੇ ਹੋ, ਕਹਿੰਦੇ ਪਾਪਾ ਜੀ ਅਸੀਂ ਤੁਹਾਡੀ ਕਿਰਪਾ ਦੇ ਨਾਲ ਠੀਕ ਹੋ ਗਏ, ਤੁਸੀਂ ਦੁਆ ਕੀਤੀ ਪਾਪਾ ਜੀ ਅਸੀਂ ਠੀਕ ਹੋ ਗਏ। ਹੁਣ ਪਾਪਾ ਜੀ ਉੱਥੇ ਸਿਖਾਇਆ ਜਾ ਰਿਹਾ ਵਾ, ਸਾਰੇ ਇੱਕੋ ਤਰ੍ਹਾਂ 'ਚ ਕਿੱਦਾਂ ਬੋਲ ਰਹੇ ਆ। ਹੁਣ ਤੁਹਾਡੇ ਮਾਤਾ ਜੀ ਇਸ ਦੁਨੀਆ ਤੇ ਨਹੀਂ ਰਹੇ, ਕਿ ਲੱਗਦਾ ਤੁਹਾਡੀ ਮਾਤਾ ਜੀ ਨੂੰ ਹੁਣ ਜਿਹੜਾ ਸਵਰਗ ਵਿੱਚ ਪਲਾਟ ਮਿਲ ਗਿਆ ਹੋਊਗਾ, ਉਹਨਾਂ ਦਾ ਲੈਂਟਰ ਸ਼ਾਇਦ ਪੈ ਗਿਆ ਹੋਊ, ਤਾਂ ਹੁਣ ਲੱਗਦਾ ਰਹਿਣ ਲੱਗ ਪਏ ਹੋਣਗੇ ਉੱਥੇ। ਵੇਖੋ ਜੀ ਅੱਜ ਮੇਰੀ ਮਾਤਾ ਨੂੰ ਮਰੀ ਨੂੰ 1 ਸਾਲ ਹੋ ਗਿਆ, ਡੈਥ ਹੋਈ ਨੂੰ ਉਹਨਾਂ ਦੀ ਨੂੰ। ਤੇ ਮੈਂ ਮਜਬੂਰ ਹੋ ਕੇ, ਕਈ ਵੀਰ ਕਹਿ ਰਹੇ ਮੈਨੂੰ ਕਿ ਤੂੰ ਮਾਤਾ ਦੇ ਮਰੀ ਤੋਂ ਉਹਨੂੰ ਭੰਡ ਰਿਹਾ। ਮੈਂ ਮਾਤਾ ਨੂੰ ਆਪਣੀ ਨੂੰ ਥੋੜ੍ਹੀ ਭੰਡ ਰਿਹਾ, ਮੈਂ ਤਾਂ ਸੱਚਾਈ ਦੱਸ ਰਿਹਾ ਜੋ ਕੁਛ ਉਹਦੇ ਨਾਲ ਵਿਚਾਰੀ ਨਾਲ ਹੋ ਗਿਆ ਵਾ। ਦੇਖੋ ਵਿਚਾਰੀ ਕਿੱਡੀ ਉਹਦੇ ਕਰਮ ਮਾੜੇ ਵੀ ਹੁਣ ਮਰਨ ਤੋਂ ਮਹੀਨਾ 1.5 ਮਹੀਨਾ ਬਾਅਦ ਵਿੱਚ ਹੀ ਉਹ ਪਤਾ ਨਹੀਂ ਕਿੱਥੋਂ ਵਿਚਾਰੀ ਧੱਕੇ ਧੁੱਕੇ ਖਾ ਕੇ ਥੱਕ ਹਾਰ ਕੇ ਫੇਰ ਮੇਰੇ ਸੁਪਨੇ 'ਚ ਆਈ ਆ ਵੀ ਮੇਰੇ ਨਾਲ ਤੇ ਆਹ ਕੰਮ ਹੋ ਗਿਆ ਵਾ, ਮੈਨੂੰ ਇੱਥੇ ਪਲਾਟ ਵੀ ਨਹੀਂ ਮਿਲਿਆ ਤੇ ਪੁੱਤ ਮੇਰੀ ਗਤੀ ਵੀ ਨਹੀਂ ਹੋਈ, ਵੀ ਤੂੰ ਜਾ ਕੇ ਪਾਸਟਰਾਂ ਨਾਲ ਗੱਲ ਕਰ ਵੀ ਮੇਰੀ ਤੇ ਗਤੀ ਵੀ ਨਹੀਂ ਹੋਈ ਤੇ ਨਾ ਮੈਨੂੰ ਇੱਥੋਂ ਕੋਈ ਪਲਾਟ ਮਿਲਿਆ, ਮੈਂ ਤਾਂ ਧੱਕੇ ਖਾਂਦੀ ਫਿਰ ਰਹੀ ਹਾਂ। ਪੰਜਾਬੀ ਲੋਕ ਚੈਨਲ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਜੀ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ। ਅੱਜ ਕੱਲ੍ਹ ਪੰਜਾਬ ਵਿੱਚ ਧਰਮ ਪਰਿਵਰਤਨ ਨੂੰ ਲੈ ਕੇ ਰੋਜ਼ ਨਿੱਤ ਨਵੇਂ ਜਿਹੜੇ ਮਾਮਲੇ ਵੇਖਣ ਨੂੰ ਮਿਲਦੇ ਨੇ। ਇਸੇ ਤਰ੍ਹਾਂ ਦਾ ਇੱਕ ਮਾਮਲਾ ਅੰਮ੍ਰਿਤਸਰ ਦੇ ਪਿੰਡ ਖਾਸੇ ਦਾ ਵੀ ਆ, ਅਤੇ ਉਸ ਨੌਜਵਾਨ ਨਾਲ ਵੀ ਗੱਲਬਾਤ ਕਰਾਂਗੇ, ਪੁੱਛਾਂਗੇ ਸਾਰਾ ਕੀ ਮਾਮਲਾ ਵਾ। ਹਾਂਜੀ ਵੀਰ ਜੀ, ਸਭ ਤੋਂ ਪਹਿਲਾਂ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਪੰਜਾਬੀ ਲੋਕ ਚੈਨਲ।
ਹਾਂਜੀ, ਧੰਨਵਾਦ ਜੀ ਪੰਜਾਬੀ ਲੋਕ ਚੈਨਲ ਦੀ ਪੂਰੀ ਟੀਮ ਦਾ, ਜਿਹੜੇ ਅੱਜ ਮੇਰੇ ਇੱਥੇ ਘਰੇ ਪਹੁੰਚੇ ਆ ਅਤੇ ਮੇਰੇ ਦੁੱਖ ਦਰਦ ਨੂੰ ਸੁਣਨ ਵਾਸਤੇ ਅਤੇ ਮੇਰੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਮੈਂ ਫਿਰ ਇੱਕ ਵਾਰੀ ਤਹਿ ਦਿਲੋਂ ਧੰਨਵਾਦ ਕਰਦਾ ਕਿ ਮੇਰੀ ਆਵਾਜ਼ ਲੋਕਾਂ ਤੱਕ ਪਹੁੰਚੇਗੀ ਅਤੇ ਲੋਕ ਜ਼ਰੂਰ ਜਾਗਰੂਕ ਹੋਣਗੇ, ਜ਼ਰੂਰ ਲੋਕ ਇਹ ਚੀਜ਼ ਨੂੰ ਸਮਝਣਗੇ ਅਤੇ ਇਹਨਾਂ ਪਾਸਟਰਾਂ ਦੇ ਜਾਲ ਵਿੱਚੋਂ ਬਚਣਗੇ। ਗੱਲ ਕਰੀ ਮਨਜੀਤ ਜੀ, ਕੀ ਦੁੱਖ ਕੀ ਹੈ ਤੁਹਾਨੂੰ? ਅੱਜ ਅਸੀਂ ਦੇਖਦੇ ਹਾਂ ਤੁਸੀਂ ਅੱਜ ਮੀਡੀਆ ਸਾਹਮਣੇ ਆਏ ਹੋ, ਕੀ ਕਾਰਨ ਕੀ ਤੁਹਾਡਾ ਮੀਡੀਆ ਸਾਹਮਣੇ ਆਉਣ ਦਾ, ਕੀ ਕਹਿਣਾ ਚਾਹੋਗੇ? ਦੁੱਖ ਇਹ ਜੀ, ਮੇਰੀ ਮਾਂ ਮਤਲਬ ਮੇਰਾ ਜਿਹੜਾ ਫਾਦਰ ਹੀ ਉਹ ਆਰਮੀ ਦੇ ਵਿੱਚ ਸੀ। ਫਾਦਰ ਦੀ ਡੈਥ ਹੋਣ ਤੋਂ ਬਾਅਦ ਵਿੱਚ ਜਿੰਨਾ ਪੈਸਾ ਧੇਲਾ ਸੀ ਉਹ ਸਾਰਾ ਮਾਤਾ ਦੇ ਅੰਡਰ ਚਲ ਗਿਆ, ਕਿਉਂਕਿ ਜੋ ਆਪਾਂ ਉਦੋਂ ਮੈਂ 3 ਭੈਣ ਭਰਾ ਅਸੀਂ, 3 ਛੋਟੇ ਹਾਂ ਅਤੇ ਚਲੋ ਘਰ ਦੀ ਕਰਤਾ ਧਰਤਾ ਮਾਤਾ ਸੀ। ਅਤੇ 5-6 ਮਹੀਨੇ ਜਦੋਂ ਮੈਂ ਸੀ ਉਦੋਂ ਥੋੜ੍ਹਾ ਬਹੁਤਾ ਰੋਣ ਦੇ ਕਾਰਨ ਕਿਤੇ ਮੈਨੂੰ ਕਿਸੇ ਨੇ ਮਾਤਾ ਨੂੰ ਕਹਿ ਦਿੱਤਾ ਕਿ ਇਹਨੂੰ ਚਰਚ ਲੈ ਜਾਓ, ਅਤੇ ਉੱਥੇ ਜਾ ਕੇ ਚਲੋ ਮੈਂ ਬਾਹਰ ਘੁੰਮਣਾ ਫਿਰਨਾ, ਬੱਚੇ ਨੂੰ ਹੁੰਦਾ ਹੀ ਆ ਵੀ ਬੱਚਾ ਹੱਸਣ ਖੇਡਣ ਲੱਗ ਪਿਆ, ਠੀਕ ਹੋ ਗਿਆ, ਅਤੇ ਕੋਈ ਵੱਡੀ ਪ੍ਰੋਬਲਮ ਨਹੀਂ ਸੀ। ਅਤੇ ਮੈਂ ਉੱਥੋਂ ਚਲੋ ਬਾਹਰ ਜਾ ਕੇ ਖੁਸ਼ ਹੋ ਗਿਆ, ਥੋੜ੍ਹਾ ਠੀਕ ਹੋ ਗਿਆ। ਉਸ ਤੋਂ ਬਾਅਦ ਮੇਰੀ ਮਾਤਾ ਨੂੰ ਇਹਨਾਂ ਨੇ ਇਹੋ ਜਿਹਾ ਗਮਰਾਹ ਕੀਤਾ, ਮਾਤਾ ਨੂੰ ਬਸ ਫਿਰ ਲੁੱਟਣਾ ਸ਼ੁਰੂ ਕਰ ਦਿੱਤਾ ਪਾਸਟਰਾਂ ਨੇ। ਮਾਤਾ ਦਾ ਪਹਿਲਾਂ ਇਹਨਾਂ ਨੇ ਕੀ ਕੀਤਾ, ਇੱਕ ਬਾਈਬਲ ਦੇ ਵਿੱਚ ਨਾ ਇੱਕ ਆਉਂਦੀ ਆ ਉਹ ਪੋਥੀ, ਉਹਨੂੰ ਕਹਿੰਦੇ ਜੀਵਨ ਦੀ ਪੋਥੀ। ਬਾਈਬਲ ਦੇ ਵਿੱਚ ਇੱਕ ਆਇਤ ਆਉਂਦੀ, ਉਹਦੇ ਵਿੱਚ ਲਿਖਿਆ ਕਿ ਜੀਵਨ ਦੀ ਪੋਥੀ, ਉੱਥੇ ਤੁਹਾਡਾ ਨਾਂ ਰਜਿਸਟਰਡ ਹੋਣਾ ਜ਼ਰੂਰੀ ਆ। ਇਹਨਾਂ ਨੇ ਪਹਿਲਾਂ ਮੇਰੀ ਮਾਤਾ ਨੂੰ ਕਿਹਾ ਕਿ ਭੈਣ ਜੀ ਤੁਸੀਂ ਆਪਣਾ ਨਾਂ ਜਿਹੜਾ ਸਵਰਗ ਦੇ ਵਿੱਚ ਰਜਿਸਟਰਡ ਕਰਾ ਲਓ, ਕਿਉਂਕਿ ਸਵਰਗ ਦੇ ਵਿੱਚ ਨਾਂ ਰਜਿਸਟਰਡ ਹੋਣਾ ਤੁਹਾਡਾ ਜ਼ਰੂਰੀ। ਤੁਸੀਂ ਉੱਥੋਂ ਦੇ ਵਸਨੀਕ ਬਣਨਾ, ਜਾ ਕੇ ਮਰਨ ਤੋਂ ਬਾਅਦ ਤੁਸੀਂ ਉੱਥੇ ਜਾਣਾ ਵਾ, ਪਹਿਲਾਂ ਤੁਹਾਡਾ ਨਾਂ ਉੱਥੇ ਰਜਿਸਟਰਡ ਹੋਊਗਾ, ਫਿਰ ਤੁਹਾਨੂੰ ਪਲਾਟ ਲਿਆ ਕੇ ਦੇਵਾਂਗੇ, ਫਿਰ ਉਹ ਪਲਾਟ 'ਤੇ ਤੁਹਾਨੂੰ ਬਣਾ ਕੇ ਦੇਵਾਂਗੇ, ਕੋਠੀ ਪੂਰੀ ਤਿਆਰ ਕਰਕੇ ਦੇਵਾਂਗੇ। ਇਸੇ ਤਰੀਕੇ ਨਾਲ ਹੌਲੀ ਹੌਲੀ ਇਹਨਾਂ ਨੇ ਮੇਰੀ ਮਾਤਾ ਕੋਲ ਪੈਸੇ ਲੈਣੇ ਸ਼ੁਰੂ ਕਰਤੇ ਕਿ ਭੈਣ ਜੀ ਇੰਨੇ ਪੈਸੇ ਦਿਓ, ਉਨੇ ਦਿਓ, ਵੀ ਤੁਹਾਡਾ ਪਲਾਟ ਤੁਸੀਂ ਲੈ ਲਿਆ ਵਾ, ਤੁਹਾਡੀ ਹੁਣ ਸੇਵਾ ਦੀ ਕਮੀ ਹੈ, ਪੈਸੇ ਤੁਹਾਡੇ ਥੋੜ੍ਹੇ ਰਹਿ ਗਏ। ਇੱਕ ਦਿਨ ਅਚਾਨਕ ਜਦੋਂ ਮੈਂ ਆਪਣੀ ਮਾਤਾ ਨੂੰ ਚਰਚ ਦੇ ਵਿੱਚੋਂ ਲੈਣ ਵਾਸਤੇ ਗਿਆ, ਤਾਂ ਉੱਥੇ ਮੇਰੇ ਜਾਂਦੇ ਨੂੰ ਪ੍ਰਚਾਰ ਚੱਲ ਰਿਹਾ ਸੀ। ਇੱਕ ਭਾਲ ਮਸੀਹ ਨਾਂ ਦਾ ਬੰਦਾ ਵਾ, ਉਹ ਰਹਿੰਦਾ ਸੀ ਭਰਤੀ ਦਫ਼ਤਰ, ਉਹਨੂੰ ਇਹਨਾਂ ਨੇ ਬਣਾਇਆ ਸੀ ਨਬੀ। ਇਹ ਮਤਲਬ ਜਿਹੜੇ ਚਰਚ ਦੇ ਵਿੱਚ ਬੰਦੇ ਨੇ ਉਹਨਾਂ ਦੀ ਅੱਡੋ ਅੱਡ ਸੇਵਾ ਵਾ, ਕਿਸੇ ਨੇ ਦਰਸ਼ਨ ਵੇਖਣੇ ਆ, ਕਿਸੇ ਨੇ ਦੁਆ ਕਰਾਉਣੀ ਉੱਥੇ, ਕਿਸੇ ਨੇ ਗੀਤ ਭਜਨ ਗਾਉਣੇ ਆ, ਅਤੇ ਸਾਰਿਆਂ ਕੋਲ ਅੱਡੋ ਅੱਡ ਸੇਵਾ ਵਾ। ਉਹ ਮਤਲਬ ਸਾਨੂੰ ਵੀ ਕਹਿੰਦੇ ਰਹੇ ਵੀ ਤੁਸੀਂ ਵਰਦਾਨ ਮੰਗੋ ਰੱਬ ਕੋ, ਵੀ ਤੁਹਾਨੂੰ ਨਬੀ ਬਣਾਇਆ ਜਾਵੇ, ਜਿਹੜਾ ਤੁਸੀਂ ਵਰਦਾਨ ਲੈਣਾ ਚਾਹੁੰਦੇ ਉਹ ਲੈ ਲਓ। ਵੀ ਜਿਸ ਤਰ੍ਹਾਂ ਆਪਣੇ ਸਰਕਾਰਾਂ ਦੇ ਵਿੱਚ ਮਹਿਕਮੇ ਅੱਡੋ ਅੱਡ ਹੁੰਦੇ ਆ, ਉਸੇ ਤਰੀਕੇ ਨਾਲ ਉਹ ਬੰਦੇ ਨੂੰ ਜਿਹੜਾ ਬਹਾਲ ਮਸੀਹ ਸੀ ਉਹਨੂੰ ਇਹਨਾਂ ਨੇ ਦਿੱਤਾ ਸੀ ਨਬੀ ਦਾ ਮਹਿਕਮਾ, ਉਹਦੇ ਕੋਲ ਹੈਗਾ ਸੀ। ਉਹ ਦਰਸ਼ਨ ਵੇਖ ਕੇ ਦੱਸਦਾ ਸੀ। ਉਹ ਦਿਨ ਦਰਸ਼ਨ ਵੇਖ ਕੇ ਮੇਰੀ ਮਾਤਾ ਨੂੰ ਦੱਸ ਰਿਹਾ ਸੀ ਕਿ ਭੈਣ ਜੀ ਬਾਕੀ ਤੁਸੀਂ ਪਲਾਟ ਪਲੂਟ ਲੈ ਲਿਆ, ਸਾਰਾ ਕੁਛ ਤੁਹਾਡਾ ਤਿਆਰ ਆ, ਸਿਰਫ ਛੱਤ ਪੈਣ ਵਾਲੀ, ਲੈਂਟਰ ਪੈਣ ਵਾਲਾ ਤੁਹਾਡਾ, ਅਤੇ ਤੁਸੀਂ ਆਪਣੀ ਸੇਵਾ ਦਿਓ ਜਲਦੀ ਜਲਦੀ, ਅਤੇ ਤੁਹਾਡਾ ਲੈਂਟਰ ਪਵਾ ਕੇ ਦਈਏ। ਮੈਂ ਉਦੋਂ ਨੂੰ ਸੁਣ ਕੇ ਹੈਰਾਨ ਹੋ ਗਿਆ, ਪਰ ਪਤਾ ਤਾਂ ਮੈਨੂੰ ਪਹਿਲਾਂ ਵੀ, ਚਲੋ ਮੈਨੂੰ ਫਿਰ ਮੈਂ ਉਦੋਂ ਫਿਰ ਸੁਣਿਆ ਵੀ ਇਕੱਲੀ ਛੱਤ ਪੈਣ ਵਾਲੀ ਰਹਿ ਗਈ ਆ। ਅਤੇ ਮਾਤਾ ਮੇਰੀ ਵਿਚਾਰੀ ਆਪਣਾ ਜਿਹੜੇ ਸਾਰੀ ਜਮ੍ਹਾਂ ਪੂੰਜੀ ਜੋ ਮੇਰੇ ਪਿਓ ਦੀ ਡੈਥ ਤੋਂ ਬਾਅਦ 'ਚ ਮਿਲੇ ਸਰਕਾਰ ਵੱਲੋਂ, ਉਹ ਜਿੰਨੀ ਜਮ੍ਹਾਂ ਪੂੰਜੀ ਉਹ ਸਾਰੀ ਇਹਨਾਂ ਨੂੰ ਹੌਲੀ 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 ਕਰਕੇ ਲਟਾਉਂਦੀ ਰਹੀ ਆ। ਅਤੇ ਉਸ ਚੀਜ਼ ਦੀਆਂ ਆਪਣੇ ਕੋਲ ਚਲੋ ਰਸੀਦਾਂ ਵੀ ਆ, ਜਿਸ ਤਰ੍ਹਾਂ ਮੇਰੀਆਂ ਸਿਸਟਰਾਂ ਬਾਹਰ ਗਈਆਂ, ਜਿਹੜੇ ਪੈਸੇ ਉਹਨਾਂ ਨੇ ਬਾਹਰੋਂ ਭੇਜੇ ਆ, ਉਹਨਾਂ ਦੀਆਂ ਵੀ ਆਪਣੇ ਕੋਲ ਰਸੀਦਾਂ ਆਪਾਂ ਤੁਹਾਨੂੰ ਕੱਢ ਕੇ, ਮਤਲਬ ਜਿਸ ਤਰ੍ਹਾਂ ਆਪਾਂ ਆੜੇ ਵੈਸਟਰਨ ਯੂਨੀਅਨ ਰਾਹੀਂ ਪੈਸੇ ਆਉਂਦੇ ਆ, ਉਹਦੀਆਂ ਆਪਾਂ ਰਸੀਦਾਂ ਕਢਵਾ ਸਕਦੇ। 10 ਸਾਲਾਂ ਦੇ ਵਿੱਚ, ਪਿਛਲੇ 10 ਸਾਲਾਂ ਤੋਂ ਕਿੰਨੇ ਪੈਸੇ ਪਾਸਟਰ ਜੀ ਦੇ ਨਾਂ 'ਤੇ ਕਦੋਂ ਆਏ ਆ, ਕਿਹੜੀ ਤਰੀਕ ਨੂੰ ਆਏ ਆ, ਉਹ ਵੀ ਸਾਰੀਆਂ ਆਪਾਂ ਤੁਹਾਨੂੰ ਕਢਾ ਕੇ ਤੁਹਾਡੇ ਸਾਹਮਣੇ ਕੈਮਰੇ 'ਤੇ ਰੱਖ ਸਕਦੇ ਹਾਂ। ਪਰ ਗੱਲ ਕਰੀ ਮਨਜੀਤ ਜੀ, ਅਸੀਂ ਦੇਖਿਆ ਵੀ ਚੰਨ ਦੇ ਲੋਕ ਪਲਾਟ ਲੈਣਾ ਸ਼ੁਰੂ ਕਰ ਦਿੱਤਾ, ਪਰ ਲੋਕਾਂ ਨੇ ਹੁਣ ਸਵਰਗਾਂ 'ਚ ਪਲਾਟ ਲੈਣਾ ਇਹ ਕਦੋਂ ਦਾ ਚਾਲੂ ਕਰ ਦਿੱਤਾ ਵਾ। ਅਤੇ ਜੇ ਗੱਲ ਕਰੀਏ ਸਵਰਗਾਂ 'ਚ ਪਲਾਟ ਲੈਣ ਦੀ ਗੱਲ, ਅਤੇ ਉੱਥੇ ਕੌਣ ਕਲੋਨੀਆਂ ਕੱਟ ਰਿਹਾ ਵਾ, ਅਤੇ ਕੌਣ ਜਿਹੜੇ ਇੱਥੋਂ ਦਾ ਜਿਹੜਾ ਪੈਸਾ ਵਾ ਉਹ ਸਵਰਗਾਂ 'ਚ ਵੀ ਚੱਲਦਾ। ਅਤੇ ਜੇ ਗੱਲ ਕਰੀਏ ਮਰਨ ਤੋਂ ਬਾਅਦ ਕਿਹਨੂੰ ਪਤਾ ਵਾ ਵੀ ਮੈਂ ਸਵਰਗ 'ਚ ਜਾਣਾ ਜਾਂ ਮੈਂ ਨਰਕ 'ਚ ਜਾਣਾ, ਕਿਸ ਤਰ੍ਹਾਂ ਦੇ ਦਿਓ ਜਿੰਦੇ ਜੀ ਕਿਸੇ ਨੂੰ ਕਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਵੀ ਭਾਈ ਤੂੰ ਸਵਰਗ 'ਚ ਜਾਣਾ ਵਾ। ਬਸ ਇਹ ਸਾਰਾ ਮਤਲਬ ਕਿਸੇ ਦਾ ਦਿਮਾਗ, ਅਗਲੇ ਦਾ ਦਿਮਾਗ ਜਿਹੜਾ ਬ੍ਰੇਨ ਵਾਸ਼ ਕੀਤਾ ਜਾ ਰਿਹਾ ਵਾ। ਇਹ ਕਹਿੰਦੇ ਨਾ ਅਸੀਂ ਧਰਮ ਨਹੀਂ ਬਦਲਾਉਣੇ, ਅਸੀਂ ਮਨ ਬਦਲਾਉਣੇ। ਵਾਕਈ ਇਹ ਮਨ ਬਦਲਾਉਂਦੇ ਆ। ਇਹਨਾਂ ਨੂੰ ਪਤਾ ਜਦੋਂ ਕਿਸੇ ਦਾ ਮਤਲਬ, ਹੁਣ ਆਪਾਂ ਸਿੱਖ ਧਰਮ ਦੀ ਗੱਲ ਕਰ ਲੈਂਦੇ ਜਾਂ ਹਿੰਦੂ ਧਰਮ ਦੀ ਗੱਲ ਕਰ ਲੈਂਦੇ, ਆਪਾਂ ਕਿਸੇ ਨੂੰ ਜ਼ਬਰਦਸਤੀ ਜਦੋਂ ਕਿਸੇ ਦਾ ਧਰਮ ਬਦਲਾਵਾਂਗੇ ਆਪਾਂ ਉਹ ਚੋਟ ਉਹਨਾਂ ਦੇ ਮਾਰ ਨਹੀਂ ਸਕਦੇ। ਇਹ ਕਹਿੰਦੇ ਵੀ ਅੰਦਰੋਂ ਅਗਲੇ ਦਾ ਦਿਮਾਗ ਹੀ ਮਤਲਬ ਡੈਡ ਕਰ ਦਿਓ, ਦਿਮਾਗ ਹੀ ਵਾਸ਼ ਕਰ ਦਿਓ, ਉਹਦਾ ਦਿਮਾਗ ਹੀ ਬਦਲ ਦਿਓ। ਅਤੇ ਜਦੋਂ ਹੁਣ ਮੈਂ ਸਿਰ 'ਤੇ ਪੱਗ ਬੰਨ੍ਹੀ, ਅੰਦਰੋਂ ਮੇਰਾ ਇਹਨਾਂ ਨੇ ਦਿਮਾਗ ਵਾਸ਼ ਕਰ ਦਿੱਤਾ, ਮੈਨੂੰ ਸਵਰਗ ਦੇ ਵਿੱਚ ਪਲਾਟ ਲੈਣ ਦੀ ਗੱਲ ਕਰ ਦਿੱਤੀ, ਅਤੇ ਮੇਰੀ ਉਹ ਸਿੱਖੀ, ਮੇਰੀ ਪੱਗ ਬੰਨ੍ਹੀ ਕੀ ਕਰੂਗੀ ਜਦੋਂ ਅੰਦਰੋਂ ਮੇਰਾ ਦਿਮਾਗ ਹੀ ਵਾਸ਼ ਕਰਤਾ। ਸੋ ਇਸ ਤਰੀਕੇ ਨਾਲ ਇਹ ਧਰਮ ਨਹੀਂ ਵਾਕਈ ਬਦਲਾ ਰਹੇ, ਅਗਲੇ ਦਾ ਅੰਦਰੋਂ ਮਾਈਂਡ ਹੀ ਬਦਲਾ ਰਹੇ, ਅੱਗੋਂ ਸਾਰਾ ਬੰਦੇ ਦਾ ਦਿਮਾਗ ਹੀ ਬਦਲ ਦੇ ਰਹੇ। ਜਦੋਂ ਆਪਣਾ ਦਿਮਾਗ ਹੀ ਅੰਦਰੋਂ ਬਦਲਿਆ ਗਿਆ, ਆਪਾਂ ਇਹਨਾਂ ਦੇ ਪਿੱਛੇ ਲੱਗ ਗਏ ਹਾਂ, ਅਤੇ ਆਪ ਦੇ ਅਗਲੇ ਥੱਲੇ ਪ੍ਰਾਪਰਟੀਆਂ ਬਣਾ ਰਹੇ ਆਪਣੀਆਂ, ਅਤੇ ਜ਼ਮੀਨਾਂ ਜਾਇਦਾਦਾਂ ਬਣਾ ਰਹੇ, ਚੰਗਾ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਰਹੇ, ਗੱਡੀਆਂ ਲੈ ਰਹੇ ਆ, ਅਤੇ ਵਧੀਆ ਖਾ ਪੀ ਰਹੇ ਆ, ਅਤੇ ਸਾਡੇ ਲੋਕਾਂ ਨੂੰ ਵਿਚਾਰਿਆਂ ਨੂੰ ਗੁੰਮਰਾਹ ਕਰਕੇ ਕਹਿ ਰਹੇ ਵੀ ਤੁਹਾਨੂੰ ਸਵਰਗ ਦੇ ਵਿੱਚ ਪਲਾਟ ਦੇ ਦਾਂਗੇ। ਵੇਖੋ ਵਿਗਿਆਨੀਆਂ ਨੇ ਚੰਨ 'ਤੇ ਪਲਾਟ 'ਤੇ ਵਾਕਈ ਤੁਹਾਡੀ ਗੱਲ ਸਹੀ ਵੀ ਕੱਟ ਕੇ ਦਿੱਤੇ ਲੋਕਾਂ ਨੂੰ, ਲਏ ਵੀ ਆ ਲੋਕਾਂ ਨੇ, ਅਸੀਂ ਵੇਖੇ ਵੀ ਆ। ਚਲੋ ਇੱਕ ਦੋ ਆਪਣੇ ਇੱਧਰ ਭਾਰਤ ਦੇ ਵੀ ਆ, ਹੋ ਸਕਦਾ ਵੱਧ ਹੋਣ, ਮੈਨੂੰ ਇੰਨੀ ਜਾਣਕਾਰੀ ਨਹੀਂ ਹੈਗੀ ਜਿਨ੍ਹਾਂ ਨੇ ਚੰਨ 'ਤੇ ਪਲਾਟ ਲਏ ਆ। ਅਤੇ ਪਰ ਮੈਨੂੰ ਲੱਗਦਾ ਵੀ ਲੋਕਾਂ ਨੂੰ ਸਵਰਗ ਦਾ ਝਾਂਸਾ ਦੇ ਕੇ ਸਵਰਗ ਦੇ ਨਾਂ 'ਤੇ ਪਲਾਟ ਦਿਵਾਉਣ ਦੇ ਚੱਕਰਾਂ ਦੇ ਵਿੱਚ ਇਹਨਾਂ ਨੇ ਆਪ ਚੰਨ 'ਤੇ ਖਰੀਦ ਲੈਣੇ ਪਲਾਟ। ਇੱਥੇ ਥੱਲੇ 'ਤੇ ਇਹਨਾਂ ਨੇ ਬਹੁਤ ਪ੍ਰਾਪਰਟੀ ਬਣਾ ਲਈ ਆ, ਅਤੇ ਲੋਕਾਂ ਨੂੰ ਵਿਚਾਰਿਆਂ ਨੂੰ ਜਿਹੜੇ ਉਹਨਾਂ ਦੇ ਇੱਥੋਂ ਆਪਣੇ ਘਰ ਬਾਰ ਛਡਾ ਰਹੇ ਆ,
ਲੋਕ ਇੱਥੋਂ ਤੱਕ ਵੀ ਆਪਣਾ ਘਰ ਨਹੀਂ ਬਣਾ ਰਹੇ, ਆਪਣੇ ਬੱਚਿਆਂ ਦੇ ਪੈਸੇ ਨਹੀਂ ਲਾ ਰਹੇ, ਉਹਨਾਂ ਦੀ ਪੜ੍ਹਾਈ 'ਤੇ ਪੈਸਾ ਨਹੀਂ ਲਾ ਰਹੇ, ਚੰਗਾ ਖਾ ਨਹੀਂ ਰਹੇ, ਤੇ ਸਿਰਫ ਇਹਨਾਂ ਦੇ ਪਿੱਛੇ ਲਾ ਕੇ ਵਿਚਾਰੇ ਗਮਰਾਹ ਹੋ ਕੇ ਸਵਰਗ ਵਿੱਚ ਪਲਾਟ ਲੈਣ ਦੇ ਖਾਤਰ ਆਪਣਾ ਸਾਰਾ ਕੁਛ ਇਹਨਾਂ ਨੂੰ ਲਟਾ ਰਹੇ ਤੇ ਲੋਕਾਂ ਨੂੰ ਬੇਵਕੂਫ ਬਣਾ ਰਹੇ, ਲੁੱਟ ਰਹੇ ਲੋਕਾਂ ਨੂੰ। ਮਨਜੀਤ ਜੀ, ਤੁਹਾਡੀ ਮਾਤਾ ਜੀ ਨੇ ਕਦੀ ਪੁੱਛਿਆ ਨਹੀਂ ਜਾਂ ਤੁਸੀਂ ਕਦੀ ਪੁੱਛਿਆ ਨਹੀਂ ਹੈ ਵੀ ਸਵਰਗ 'ਚ ਪਲਾਟਾਂ ਦੀ ਗੱਲ ਕੀਤੀ ਜਾ ਰਹੀ ਆ, ਕਿੰਨੇ ਮਰਲੇ ਦਾ ਪਲਾਟ ਹੋਊਗਾ, ਕਿੱਥੇ ਹੋਊਗਾ? ਤੇ ਜੇ ਗੱਲ ਕਰੀਏ ਰਜਿਸਟਰੀ ਦੀ, ਕਹਿੰਦੇ ਰਜਿਸਟਰੀ ਜ਼ਰੂਰ ਹੁੰਦੀ ਆ, ਇੰਨੇ ਪੈਸੇ ਦਿੱਤੇ ਆ, ਕਦੀ ਰਜਿਸਟਰੀ ਨਹੀਂ ਸੀ ਮੰਗੀ? ਰਜਿਸਟਰੀ ਇਹਨਾਂ ਨੇ ਕਿੱਥੋਂ ਦੇਣੀ ਜੀ? ਉਹ ਤਾਂ ਸਾਰਾ ਕੁਛ ਮਤਲਬ ਇੱਕ ਬ੍ਰੇਨ ਵਾਸ਼ ਮਾਤਾ ਤੇ ਜਦੋਂ ਮਾਤਾ ਨੇ ਸਟਾਪ ਕਿਤੇ ਗੱਲ ਕਰਦੇ, ਮਾਤਾ ਦੇ ਅੱਗੋਂ ਮਤਲਬ ਉਹਨੂੰ ਇਸ ਤਰੀਕੇ ਨਾਲ ਇਹਨਾਂ ਨੇ ਗਮਰਾਹ ਕਰ ਦਿੱਤਾ ਜਾਂ ਇਸ ਤਰੀਕੇ ਨਾਲ ਬਣਾ ਦਿੱਤਾ ਕਿ ਮਾਤਾ ਜਦੋਂ ਮਾਤਾ ਨਾਲ ਆਪਾਂ ਗੱਲ ਕਰਦੇ ਹਾਂ ਕੋਈ ਸਰਜੀ ਤੌਰ 'ਤੇ ਵੀ ਉਹ ਲੜਨ ਪੈਂਦੀ ਅੱਗੋਂ। ਉਹ ਕਹਿ ਦਿੰਦੀ ਮੈਂ ਇਹਨਾਂ ਨੂੰ ਥੋੜ੍ਹੀ ਪੈਸਾ ਦੇ ਰਹੀ ਹਾਂ, ਪੈਸਾ ਮੈਂ ਪਰਮੇਸ਼ਰ ਦੇ ਨਾਂ ਨੂੰ ਦੇ ਰਹੀ, ਉਹਨੂੰ ਦੇ ਰਹੀ ਹਾਂ, ਪਰ ਜਾ ਇਹਨਾਂ ਦੀ ਜੇਬ 'ਚ ਰਿਹਾ ਸੀ, ਜਾ ਇਹਨਾਂ ਦੀ ਜੇਬ 'ਚ ਰਿਹਾ ਸੀ। ਹੁਣੇ ਵੇਖੋ ਇਹ ਦੂਜਿਆਂ ਨੂੰ ਤਾਂ ਕਹਿੰਦੇ ਵੀ ਤੁਸੀਂ ਕਿਸੇ ਧਰਮ ਨੂੰ ਮੰਨਣਾ ਨਹੀਂ ਆ, ਕਿਸੇ ਧਰਮ ਦਾ ਤੁਸੀਂ ਸਤਿਕਾਰ ਨਹੀਂ ਕਰਨਾ, ਕਿਸੇ ਦੇ ਸਿਰ ਨਹੀਂ ਝੁਕਾਉਣਾ। ਜਿਹੜਾ ਸਾਡੇ ਪਾਸਟਰ ਦਾ ਭਰਾ ਹੀ ਸਕਾ, ਉਹ ਆਪ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਜਦੋਂ ਉਹਦਾ ਵਿਆਹ ਸੀ ਉਹਨੇ ਫੇਰੇ ਵੀ ਲਏ ਆ, ਕਿਰਪਾਨ ਫੜੀ ਹੱਥ ਦੇ ਵਿੱਚ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਉਹਨੇ ਮੱਥਾ ਟੇਕਿਆ ਤੇ ਸਾਨੂੰ ਭੜਕਾਈ ਗਿਆ ਵੀ ਇਹ ਸ਼ੈਤਾਨ ਆ, ਇਹ ਦੇਵੀ ਦੇਵਤੇ, ਇਹ ਸਾਰੇ ਗੁਰੂ ਪੀਰ ਸਾਰੇ ਜਿਹੜੇ ਸ਼ੈਤਾਨ ਆ, ਇਹਨਾਂ ਨੂੰ ਆਪਾਂ ਮੱਥਾ ਨਹੀਂ ਟੇਕਣਾ, ਆਪਾਂ ਸਿਰਫ ਪਰਮੇਸ਼ਰ ਨੂੰ ਮੰਨਣਾ। ਪਰ ਉਹ ਪਰਮੇਸ਼ਰ ਦੇ ਨਾਲ ਨਹੀਂ ਅਗਲੇ ਨੂੰ ਜੋੜਦੇ, ਆਪਣੇ ਨਾਲ ਜੋੜਦੇ, ਆਪਣੇ ਥੱਲੇ ਲਾ ਕੇ ਰੱਖਦੇ ਆ। ਇਹ ਕਹਿੰਦੇ ਤੁਸੀਂ ਪਰਮੇਸ਼ਰ ਦੀਆਂ ਭੇਡਾਂ ਬਣਨਾ ਵਾ ਤੇ ਯਿਸੂ ਮਸੀਹ ਤੁਹਾਡਾ ਚਰਵਾਹਾ ਵਾ। ਗੀਤ ਵੀ ਗਾਉਂਦੇ ਸਾਡੇ ਕੋਲ ਗਵਾਉਂਦੇ ਰਹੇ ਆ, ਤੇ ਅੱਜ ਕੋਈ ਇਹਨਾਂ ਨੂੰ ਭੇਡਾਂ ਕਹਿ ਦਿੰਦਾ ਵਾ ਤੇ ਇਹ ਭੁੜਕਦੇ ਜਿਹੜੇ ਉਹਨਾਂ ਦੇ ਥੱਲੇ ਲੱਗੇ। ਜੇ ਉਹਨਾਂ ਨੂੰ ਕੋਈ ਆਮ ਮੇਰੇ ਵਰਗੇ ਆਮ ਬੰਦੇ ਨੂੰ ਕੋਈ ਕਹਿ ਦਿੰਦਾ ਵੀ ਤੁਸੀਂ ਪਾਸਟਰ ਦੀਆਂ ਭੇਡਾਂ ਜੋ, ਉਹ ਚੀਕਦੇ ਆ। ਪਰ ਮੇਰੇ ਵੀਰੋ ਇਹ ਗੱਲ ਸਮਝੋ, ਤੁਹਾਨੂੰ ਯਿਸੂ ਮਸੀਹ ਦੀਆਂ ਭੇਡਾਂ ਨਹੀਂ ਬਣਾਇਆ ਜਾ ਰਿਹਾ, ਤੁਹਾਨੂੰ ਪਾਸਟਰ ਆਪਣੀਆਂ ਭੇਡਾਂ ਬਣਾ ਰਹੇ। ਸੱਚੀ ਗੱਲ ਹੈ, ਤੇ ਤੁਹਾਨੂੰ ਮੁੰਨ ਰਹੇ ਆ। ਇਹ ਮੇਰੇ ਵੀਰ ਜਿਹੜੇ ਚਰਚ ਜਾਂਦੇ ਉਹਨਾਂ ਨੂੰ ਪਤਾ ਵਾ ਵੀ ਇਹ ਕਿਹੜੇ ਕਿਹੜੇ ਗਾਣੇ ਗਾਉਂਦੇ ਵੀ ਯਿਸੂ ਮਸੀਹ ਸਾਡਾ ਚਰਵਾਹਾ ਵਾ, ਅਸੀਂ ਉਹਦੀਆਂ ਭੇਡਾਂ ਵਾ। ਪਰ ਤੁਸੀਂ ਯਿਸੂ ਮਸੀਹ ਦੀਆਂ ਭੇਡਾਂ ਨਹੀਂ, ਕਿਉਂਕਿ ਯਿਸੂ ਮਸੀਹ ਤੁਹਾਡੇ ਜਿਹੜਾ ਤੁਸੀਂ ਪਰਮੇਸ਼ਰ ਇੱਕ ਕਹਿ ਰਹੇ ਕਿ ਵੀ ਪਰਮੇਸ਼ਰ ਦੇ ਜਿਹੜਾ ਧਰਤੀ ਆ ਉਹ ਪੈਰ ਰੱਖਣ ਦੀ ਚੌਂਕੀ ਆ। ਜਿਸ ਤਰ੍ਹਾਂ ਰਾਜੇ ਮਹਾਰਾਜੇ ਪਿਛਲੇ ਪਹਿਲਾਂ ਆਪਣੇ ਤਖਤਾਂ 'ਤੇ ਬਹਿੰਦੇ ਕਿ ਉਹਨਾਂ ਦੇ ਪੈਰ ਥੱਲੇ ਚੌਂਕੀ ਰੱਖੀ ਹੁੰਦੀ। ਇਹ ਕਹਿੰਦੇ ਜਿਹੜੀ ਧਰਤੀ ਉਹ ਪਰਮੇਸ਼ਰ ਦੇ ਪੈਰ ਰੱਖਣ ਦੀ ਚੌਂਕੀ ਹੈ। ਜਦੋਂ ਐਡਾ ਵੱਡਾ ਪਰਮੇਸ਼ਰ ਆ, ਇਹ ਧਰਤੀ ਉਹਦੇ ਪੈਰ ਰੱਖਣ ਦੀ ਚੌਂਕੀ, ਤਾਂ ਉਹਨੇ ਤੁਹਾਡੇ ਪੈਸਿਆਂ ਨੂੰ ਕੀ ਕਰਨਾ ਵਾ? ਉਹਨੂੰ ਤੁਹਾਡੇ ਪੈਸਿਆਂ ਦੀ ਜ਼ਰੂਰਤ ਨਹੀਂ। ਇਹ ਤੁਹਾਡੇ ਪੈਸਿਆਂ ਦੇ ਪਾਸਟਰ ਅਯਾਸ਼ੀਆਂ ਕਰ ਰਹੇ, ਚੰਗਾ ਖਾ ਪੀ ਰਹੇ ਆ, ਆਪਣੇ ਬੱਚਿਆਂ ਦੀਆਂ ਪ੍ਰਾਪਰਟੀਆਂ ਬਣਾ ਰਹੇ, ਉਹਨਾਂ ਨੂੰ ਪੜ੍ਹਾ ਲਿਖਾ ਰਹੇ, ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ। ਜਿਸ ਤਰ੍ਹਾਂ ਮੇਰੀ ਮਾਤਾ ਨੂੰ ਠੱਗਿਆ ਵਾ, ਤੁਹਾਨੂੰ ਵੀ ਠੱਗ ਰਿਹਾ। ਮੈਂ ਵੀਰੋ ਸੱਚ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ। ਚੈਨਲ ਦਾ ਬਹੁਤ ਧੰਨਵਾਦ। ਅਤੇ ਮੈਂ ਤੁਹਾਨੂੰ ਦੱਸ ਰਿਹਾ ਵਾਂ ਵੀ ਤੁਸੀਂ ਬਚੋ, ਆਪਣੇ ਬੱਚਿਆਂ ਦੀ ਪੜ੍ਹਾਈ ਲਿਖਾਈ 'ਤੇ ਪੈਸਾ ਲਾਓ, ਉਹਨਾਂ ਦੀ ਸਿਹਤ ਬਣਾਓ, ਉਹਨਾਂ ਦੀ ਪ੍ਰਾਪਰਟੀ ਬਣਾਓ। ਇਹਨਾਂ ਪਾਸਟਰਾਂ ਨੇ ਤੁਹਾਨੂੰ ਠੱਗ ਰਹੇ, ਗੁੰਮਰਾਹ ਕਰ ਰਹੇ, ਬੇਵਕੂਫ ਬਣਾ ਰਹੇ ਆ। ਗੱਲ ਕਰੀਏ ਮਨਜੀਤ ਜੀ, ਪਾਸਟਰ ਜਾਂ ਜਿਹੜੇ ਈਸਾਈ ਧਰਮ ਦੇ ਲੋਕ ਨੇ, ਉਹ ਕਹਿੰਦੇ ਵੀ ਅਸੀਂ ਕਿਸੇ ਨੂੰ ਮਗਰ ਨਹੀਂ ਲਾਉਂਦੇ, ਇਹ ਲੋਕ ਆਪ ਚੱਲ ਕੇ ਆਉਂਦੇ ਨੇ ਸਾਡੇ ਕੋਲ। ਅਸੀਂ ਕਿਸੇ ਨੂੰ ਘਰ ਜਾ ਕੇ ਨਹੀਂ ਕਹਿੰਦੇ ਵੀ ਸਾਡੇ ਕੋਲ ਤੁਸੀਂ ਆਓ ਜਾਂ ਆਪਣਾ ਧਰਮ ਪਰਿਵਰਤਨ ਕਰੋ ਜਾਂ ਸਾਡੇ ਕੋਲ ਦੁਆ ਕਰਾਓ। ਕਹਿੰਦੇ ਲੋਕ ਆਪ ਚੱਲ ਕੇ ਸਾਡੇ ਕੋਲ ਆਉਂਦੇ ਨੇ। ਕੌਣ ਕਹਿੰਦਾ ਜੀ ਭਾਜੀ? ਇਹ ਸਾਰਾ ਕੁਝ ਝੂਠ ਹੈ। ਲੋਕਾਂ ਦੇ ਘਰਾਂ ਦੇ ਵਿੱਚ ਪਰਚੇ ਸੁੱਟਣ ਜਾਂਦੇ ਆ। ਅੱਜ ਤੱਕ ਕੋਈ ਹਿੰਦੂ ਧਰਮ ਵੇਖਿਆ ਤੁਸੀਂ ਕਿਸੇ ਦੇ ਘਰੇ ਪਰਚੇ ਸੁੱਟਣ ਜਾਂਦਾ? ਕਿਉਂਕਿ ਉਹਨਾਂ ਨੂੰ ਦੁਕਾਨਦਾਰੀ ਦੀ ਲੋੜ ਨਹੀਂ ਆ। ਉਹਨਾਂ ਨੇ ਮੰਦਿਰ ਬਣਾ ਦਿੱਤੇ, ਜਿਹਦੇ ਜੀਅ ਕਰਦਾ ਆਪੇ ਆਉਂਦਾ, ਮੱਥਾ ਟੇਕਦਾ, ਜਿੰਨੀ ਸ਼ਰਧਾ ਅਗਲੇ ਦੀ ਅਗਲਾ ਪਾਉਂਦਾ। ਜੇ ਨਹੀਂ ਸ਼ਰਧਾ ਤਾਂ ਕੋਈ ਗੱਲ ਨਹੀਂ, ਅਗਲਾ ਲੰਗਰ ਛਕ ਕੇ ਗੁਰਦੁਆਰਿਆਂ ਦੇ ਵਿੱਚੋਂ ਜਾਂ ਬਹਿ ਕੇ ਕੀਰਤਨ ਸੁਣ ਕੇ ਲੰਗਰ ਛਕ ਕੇ ਅਗਲਾ ਵਾਪਸ ਆ ਜਾਂਦਾ। ਕਦੀ ਕੋਈ ਸਿੱਖ ਧਰਮ, ਕਦੀ ਕੋਈ ਮੁਸਲਮਾਨ ਧਰਮ, ਕਦੀ ਹੋਰ ਧਰਮ ਵੇਖਿਆ ਤੁਹਾਨੂੰ ਕੋਈ ਪਰਚੇ ਵੰਡਦਾ ਫਿਰੇ, ਤੁਹਾਡੇ ਘਰਾਂ 'ਚ ਆਣ ਪ੍ਰਚਾਰ ਕਰਦਾ ਫਿਰੇ? ਇਹ ਮਗਰ ਲਾਉਂਦੇ ਆ। ਇਹ ਤੁਸੀਂ ਵੇਖੋ, ਜਿਹਦੇ ਘਰ ਇਹ ਆਂਢ ਗੁਆਂਢ ਤੋਂ ਪਿੰਡ 'ਚੋਂ ਪਤਾ ਕਰ ਲੈਂਦੇ ਵੀ ਕਿਹਦੇ ਘਰੇ ਕੋਈ ਬਿਮਾਰ ਆ, ਪੈਸੇ ਧੇਲੇ ਹੈਗੇ ਉਹਨਾਂ ਕੋਲ। ਜੇ ਪੈਸੇ ਧੇਲੇ ਹੈਗੇ ਆ ਤੇ ਉਹਨਾਂ ਦੇ ਘਰੇ ਜਾ ਕੇ ਗੇੜਾ ਮਾਰਦੇ ਆ ਵੀ ਤੁਸੀਂ ਪੈਸੇ ਆਪਣੇ ਹਸਪਤਾਲਾਂ 'ਚ ਨਾ ਬਰਬਾਦ ਕਰੋ, ਸਾਨੂੰ ਦਿਓ, ਅਸੀਂ ਤੁਹਾਡਾ ਬੱਚਾ ਇੱਦਾਂ ਹੀ ਠੀਕ ਕਰ ਦੇਣਾ, ਤੁਹਾਨੂੰ ਹਸਪਤਾਲ ਜਾਣ ਦੀ ਲੋੜ ਨਹੀਂ। ਐਵੇਂ ਖੱਜਲ ਖਰਾਬ ਹੋਊਗੇ, ਉੱਥੇ ਕੀ ਫਾਇਦਾ ਵਾ? ਤੇ ਮੁੜ ਕੇ ਜਦੋਂ ਨਹੀਂ ਠੀਕ ਹੁੰਦਾ ਬੱਚਾ, ਉਦੋਂ ਕਹਿ ਦਿੰਦੇ ਨਹੀਂ ਨਹੀਂ ਭਾਜੀ ਤੁਹਾਡਾ ਵਿਸ਼ਵਾਸ ਨਹੀਂ, ਇਹ ਤੁਹਾਡੇ 'ਚ ਕੋਈ ਗਲਤੀ ਹੋਣੀ ਆ, ਪਰਮੇਸ਼ਰ ਅਸੀਂ ਤਾਂ ਦੁਆ ਕੀਤੀ, ਪਰਮੇਸ਼ਰ ਨੇ ਕੰਮ ਕਰ ਦੇਣਾ, ਪਰ ਤੁਹਾਡੇ 'ਚ ਕਮੀ ਆ। ਤੁਸੀਂ ਸ਼ੈਤਾਨ ਨੂੰ ਕਿਤੇ ਨਾ ਕਿਤੇ ਮੰਨੀ ਗਏ ਜੋ, ਕੋਈ ਤੁਸੀਂ ਗਲਤ ਕੰਮ ਕੀਤਾ ਜਿਹੜੇ ਤੁਹਾਡੇ ਬਣੀ ਨਹੀਂ ਆ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦਾ। ਜਦੋਂ 10 ਸਾਲ ਪਹਿਲਾਂ ਜਦੋਂ ਅਸੀਂ ਖਾਸੇ ਆਏ ਹਾਂ, ਪਹਿਲਾਂ ਅਸੀਂ ਚਗਾਵੇਂ ਰਹਿੰਦੇ ਹਾਂ, ਜਦੋਂ 10 ਸਾਲ ਪਹਿਲਾਂ ਖਾਸੇ ਆਏ, ਜਦੋਂ ਇਹਨਾਂ ਨੇ ਵੇਖਿਆ ਵੀ ਆ ਘਰ-ਬਾਰ ਬਣਾ ਲਿਆ ਥੋੜ੍ਹਾ ਜਿਹਾ, ਇਹਨਾਂ ਨੇ ਵੀ ਮਾਤਾ ਦੀ ਪੈਨਸ਼ਨ ਆਉਂਦੀ, ਮਾਤਾ ਚਰਚ ਜਾਂਦੀ ਆ। 2 ਪਾਸਟਰ ਇੱਥੋਂ ਦੇ, ਉਹਨਾਂ ਨੂੰ ਮੈਂ ਥੋੜ੍ਹੇ ਦਿਨਾਂ ਲੈ ਕੇ ਆਊਂਗਾ ਕੈਮਰੇ ਅੱਗੇ। ਉਹ ਪਾਸਟਰ ਨੇ 2 ਜਨਾਨੀਆਂ ਵੀ ਇੱਥੋਂ ਕੱਢ ਕੇ ਖੜੀਆਂ ਪਿੰਡ 'ਚੋਂ ਹੀ, ਉਹ ਵੀ ਬੰਦੇ ਕੈਮਰੇ 'ਚ ਤੁਹਾਡੇ ਸਾਹਮਣੇ ਆਉਣਗੇ ਇੱਥੇ ਥੋੜ੍ਹੇ ਦਿਨਾਂ ਤੱਕ। ਅਤੇ ਉਹ ਪਾਸਟਰ ਅਤੇ ਇੱਕ ਹੋਰ ਪਾਸਟਰ, ਦੋਵੇਂ ਜਣੇ ਬਹਿ ਕੇ ਗੱਲਾਂ ਕਰ ਰਹੇ ਕਿ ਆਪਾਂ ਪਿਆਰ ਨਾਲ ਬਹਿ ਕੇ ਖਾਣਾ, ਇੱਕ ਦੂਜੇ ਦੀ ਬਦਨਾਮੀ ਨਹੀਂ ਕਰਨੀ। ਮੱਛੀ ਮੋਟੀ ਆ, ਇਹਨੂੰ ਆਪਾਂ ਦੋਨਾਂ ਜਣਿਆਂ ਨੇ ਰਲ ਕੇ ਖਾਣਾ। ਮੇਰੀ ਮਾਤਾ ਬਾਰੇ ਕਹਿ ਰਹੇ ਸੀ, ਅਤੇ ਮੈਂ ਕਿਤੇ ਬਾਹਰ ਖਲੋਤਾ ਸੀ, ਬਾਹਰ ਦਰਵਾਜ਼ੇ 'ਚ, ਉਹਨਾਂ ਨੂੰ ਪਤਾ ਨਹੀਂ, ਮੈਂ ਸੁਣਦੀ ਸਾਰੀ ਗੱਲਬਾਤ। ਬਾਅਦ 'ਚ ਮੰਨ ਕੇ ਮੈਂ ਕਿਹਾ ਪਾਸਟਰ ਜੀ ਇਹ ਕੀ ਕਹਿ ਰਿਹਾ? ਆਹੇ ਨਹੀਂ ਭਾਈ ਜੀ, ਉਹ ਤੁਹਾਡੇ ਬਾਰੇ ਨਹੀਂ ਗੱਲ, ਹੋਰ ਕੋਈ ਇੱਦਾਂ ਤੇ ਬਾਈਬਲ ਦੀ ਗੱਲ ਕਰ ਰਿਹਾ ਵੀ ਮੱਛੀ ਇਸ ਤਰ੍ਹਾਂ ਲਿਖਿਆ ਫਲਾਣ ਟਮਕਾਣ। ਉਹ ਮੈਨੂੰ ਤਾਂ ਸਾਰਾ ਕੁਝ ਪਤਾ ਲੱਗਾ। ਮੈਂ ਆਪਣੀ ਮਾਤਾ ਨੂੰ ਆਣ ਕੇ ਦੱਸਿਆ। ਮਾਤਾ ਦਾ ਵਿਚਾਰੀ ਦਾ ਉਹੀ ਭਲੀ ਮਾਨਸ ਕਹਿ ਲਓ, ਜਾਂ ਦਿਮਾਗ ਘੱਟ ਕਹਿ ਲਓ, ਜਾਂ ਦਿਮਾਗ ਉਹਦਾ ਕੱਢ ਹੀ ਦਿੱਤਾ ਜਾਂ ਵਾਸ਼ ਕਰ ਦਿੱਤਾ, ਕਿ ਇੰਨਾ ਗੁੰਮਰਾਹ ਕਰ ਦਿੱਤਾ ਮਾਤਾ ਨੂੰ। ਕਹਿੰਦੀ ਮੈਂ ਪੈਸੇ ਇਹਨਾਂ ਨੂੰ ਥੋੜ੍ਹੀ ਦੇਣੇ, ਮੈਂ ਤੇ ਰੱਬ ਦੇ ਮੂੰਹ ਦੇਣੇ ਆ, ਤੇ ਜਦ ਕਿ ਜਾਂਦੇ ਇਹਨਾਂ ਦੀ ਜੇਬ ਦੇ ਵਿੱਚ ਆ। ਮਨਜੀਤ ਜੀ, ਹੁਣ ਤੁਹਾਡੇ ਮਾਤਾ ਜੀ ਇਸ ਦੁਨੀਆ 'ਤੇ ਨਹੀਂ ਰਹੇ,
ਕਿ ਲੱਗਦਾ ਤੁਹਾਡੀ ਮਾਤਾ ਜੀ ਨੂੰ ਹੁਣ ਜਿਹੜਾ ਸਵਰਗ ਵਿੱਚ ਪਲਾਟ ਮਿਲ ਗਿਆ ਹੋਊਗਾ, ਉਹਨਾਂ ਦਾ ਲੈਂਟਰ ਹੀ ਸ਼ਾਇਦ ਪੈ ਗਿਆ ਹੋਊ, ਤਾਂ ਹੁਣ ਲੱਗਦਾ ਰਹਿਣ ਲੱਗ ਪਏ ਹੋਣਗੇ ਉੱਥੇ। ਵੇਖੋ ਜੀ, ਅੱਜ ਮੇਰੀ ਮਾਤਾ ਨੂੰ ਮਰੀ ਨੂੰ 1 ਸਾਲ ਹੋ ਗਿਆ, ਡੈਥ ਹੋਈ ਨੂੰ ਉਹਨਾਂ ਦੀ ਨੂੰ। ਤੇ ਮੈਂ ਮਜਬੂਰ ਹੋ ਕੇ, ਕਈ ਵੀਰ ਕਹਿ ਰਹੇ ਮੈਨੂੰ ਕਿ ਤੂੰ ਮਾਤਾ ਦੇ ਮਰੀ ਤੋਂ ਉਹਨੂੰ ਭੰਡ ਰਿਹਾ। ਮੈਂ ਮਾਤਾ ਨੂੰ ਆਪਣੀ ਨੂੰ ਥੋੜ੍ਹੀ ਭੰਡ ਰਿਹਾ, ਮੈਂ ਤਾਂ ਸੱਚਾਈ ਦੱਸ ਰਿਹਾ ਜੋ ਕੁਛ ਉਹਦੇ ਨਾਲ ਵਿਚਾਰੀ ਨਾਲ ਹੋ ਗਿਆ ਵਾ। ਦੇਖੋ ਉਹ ਵਿਚਾਰੀ ਕਿੱਡੀ ਉਹਦੇ ਕਰਮ ਮਾੜੇ ਵੀ ਹੁਣ ਮਰਨ ਤੋਂ ਮਹੀਨਾ 1.5 ਮਹੀਨਾ ਬਾਅਦ ਵਿੱਚ ਹੀ ਉਹ ਪਤਾ ਨਹੀਂ ਕਿੱਥੋਂ ਵਿਚਾਰੀ ਧੱਕੇ ਧੁੱਕੇ ਖਾ ਕੇ ਥੱਕ ਹਾਰ ਕੇ ਫੇਰ ਮੇਰੇ ਸੁਪਨੇ 'ਚ ਆਈ ਆ ਵੀ ਮੇਰੇ ਨਾਲ ਤੇ ਆਹ ਕੰਮ ਹੋ ਗਿਆ ਵਾ, ਮੈਨੂੰ ਇੱਥੇ ਪਲਾਟ ਵੀ ਨਹੀਂ ਮਿਲਿਆ ਤੇ ਪੁੱਤ ਮੇਰੀ ਗਤੀ ਵੀ ਨਹੀਂ ਹੋਈ, ਵੀ ਤੂੰ ਜਾ ਕੇ ਪਾਸਟਰਾਂ ਨਾਲ ਗੱਲ ਕਰ ਵੀ ਮੇਰੀ ਤੇ ਗਤੀ ਵੀ ਨਹੀਂ ਹੋਈ ਤੇ ਨਾ ਮੈਨੂੰ ਇੱਥੋਂ ਕੋਈ ਪਲਾਟ ਮਿਲਿਆ, ਮੈਂ ਤਾਂ ਧੱਕੇ ਖਾਂਦੀ ਫਿਰ ਰਹੀ ਹਾਂ। ਤੇ ਹੁਣ ਇਹ ਚੀਜ਼ ਦਾ ਤੇ ਆਪਾਂ ਤੁਸੀਂ ਤੁਹਾਡੀ ਅਦਾਲਤ ਵਿੱਚ, ਲੋਕਾਂ ਦੀ ਅਦਾਲਤ 'ਚ ਆਪਾਂ ਇਹ ਗੱਲ ਰੱਖਦੀ, ਤੁਸੀਂ ਦੱਸੋ ਇਹਦਾ ਇਨਸਾਫ ਕੀ ਕੀਤਾ ਜਾਵੇ, ਕੀ ਇਹਦੀ ਕਾਰਵਾਈ ਕਰਾਈ ਜਾਵੇ, ਕਿਸ ਤਰ੍ਹਾਂ ਪਾਸਟਰਾਂ ਨੂੰ ਫੜਿਆ ਜਾਵੇ ਜਾਂ ਉਹਨਾਂ 'ਤੇ ਪਰਚਾ ਕਰਾਇਆ ਜਾਵੇ ਜਿਹੜੇ ਯਿਸੂ ਮਸੀਹ ਦਾ ਨਾਮ ਲੈ ਕੇ ਸਾਡੀ ਭਾਵਨਾ ਨਾਲ ਜਿਨ੍ਹਾਂ ਨੇ ਖਿਲਵਾੜ ਕੀਤਾ ਵਾ, ਤੇ ਯਿਸੂ ਮਸੀਹ ਦਾ ਨਾਮ ਲੈ ਕੇ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ, ਗੁੰਮਰਾਹ ਕੀਤਾ, ਸਾਡੀਆਂ ਵੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਦੀ। ਅਸੀਂ ਵੀ ਆਉਣ ਵਾਲੇ ਸਮੇਂ 'ਚ ਜਿਹੜੇ ਬੱਚਿਆਂ ਦੀ ਡੈਥ ਹੋ ਗਈ ਹੈ, ਜਿਨ੍ਹਾਂ ਦੇ ਘਰ ਬਰਬਾਦ ਕਰਤੇ ਇਹਨਾਂ ਦੇ, ਉਹਨਾਂ ਨੂੰ ਨਾਲ ਲੈ ਕੇ ਪਰਿਵਾਰਾਂ ਨੂੰ ਆਪਾਂ ਆਉਣ ਵਾਲੇ ਸਮੇਂ 'ਤੇ ਇਹਨਾਂ ਦੇ ਪਰਚੇ ਕਰਾਉਣੇ। ਬਹੁਤ ਪਰਿਵਾਰ ਥੋੜ੍ਹੇ ਦਿਨਾਂ ਤੱਕ ਤੁਹਾਡੇ ਚੈਨਲ 'ਤੇ ਆਉਣਗੇ, ਮੇਰੇ ਨਾਲ ਹੀ ਉਹ ਤੁਹਾਨੂੰ ਦੱਸਣਗੇ ਆਪੋ ਆਪਣੀਆਂ ਹਕੀਕਤਾਂ ਵੀ ਕਿਸ ਤਰ੍ਹਾਂ ਸਾਡੇ ਬੱਚਿਆਂ ਦਾ ਇਹਨਾਂ ਨੇ ਸਾਨੂੰ ਇਲਾਜ ਨਹੀਂ ਕਰਾਉਣ ਦਿੱਤਾ ਡਾਕਟਰੀ, ਤੇ ਬੱਚੇ ਸਾਡੇ ਮਰ ਗਏ ਆ, ਤੇ ਪੈਸਾ ਵੀ ਸਾਡਾ ਇੰਨਾ ਬਰਬਾਦ ਹੋ ਗਿਆ, ਤੇ ਸਾਡਾ ਘਰ ਹੀ ਬਰਬਾਦ ਹੋ ਗਿਆ। ਗੱਲ ਕਰੀ ਮਨਜੀਤ ਜੀ, ਕਹਿੰਦੇ ਨੇ ਵੀ ਪਰਮੇਸ਼ਵਰ ਦਾ ਨਾਮ ਲੈ ਕੇ ਸਿਰਫ ਉਹ ਦੁਆ ਕਰਦੇ ਨੇ, ਤੇ ਜਿਹੜੀਆਂ ਕੈਂਸਰ ਤੱਕ ਜਾਂ ਬਲੱਡ ਕੈਂਸਰ ਤੱਕ ਜਾਂ ਏਡਸ ਵਰਗੀਆਂ ਜਿਹੜੀਆਂ ਕਹਿੰਦੇ ਬਿਮਾਰੀਆਂ ਤੱਕ ਜਿਹੜੀਆਂ ਠੀਕ ਹੋ ਜਾਂਦੀਆਂ ਪਰਮੇਸ਼ਵਰ ਦੇ ਨਾਂ 'ਤੇ। ਮੀਨੇ ਸੋ ਤੁਹਾਡੀ ਮਾਤਾ ਨੂੰ ਕਦੀ ਕੋਈ ਬਿਮਾਰੀ ਹੈ ਸੀ ਜਾਂ ਪ੍ਰੋਬਲਮਸ ਹੈ ਸੀ ਜਿਹੜੀ ਦਵਾ ਦੇ ਨਾਲ ਜਿਹੜੀਆਂ ਠੀਕ ਹੋਈਆਂ ਉਹਨੂੰ? ਦੇਖੋ ਜੀ, ਮੈਂ ਇੱਕ ਤੁਹਾਨੂੰ ਗੱਲ ਦੱਸਣੀ ਚਾਹੁੰਦਾ। ਮੈਂ ਪਾਸਟਰ ਜੀ ਨੂੰ ਜਦੋਂ ਪੁੱਛਿਆ ਨਾ, ਮੈਂ ਪਾਸਟਰ ਜੀ ਮੈਂ ਛੋਟਾ ਹੁੰਦਾ, ਚਲੋ ਬਿਮਾਰੀ ਕੋਈ ਤੇ ਮੈਂ ਕਿੱਦਾਂ ਠੀਕ ਹੋ ਗਿਆ? ਮੈਂ ਤਾਂ ਛੋਟਾ ਹਾਂ, ਮੈਂ ਵਿਸ਼ਵਾਸ ਕਿੱਦਾਂ ਕਰ ਲਿਆ ਵੀ ਮੈਂ ਠੀਕ ਹੋ ਗਿਆ? ਉਹ ਕਹਿੰਦੇ ਵੀ ਤੂੰ ਨਹੀਂ ਕਾਕਾ ਵਿਸ਼ਵਾਸ ਕੀਤਾ, ਤੇਰੀ ਮੰਮੀ ਨੇ ਵਿਸ਼ਵਾਸ ਕੀਤਾ, ਤੂੰ ਤਾਂ ਠੀਕ ਹੋ ਗਿਆ, ਤੇਰੀ ਮਾਤਾ ਦਾ ਵਿਸ਼ਵਾਸ ਸੀ। ਮੈਂ ਕਿਹਾ ਚਲੋ ਠੀਕ ਹੈ ਪਾਸਟਰ ਜੀ, ਇਸੇ ਗੱਲ 'ਤੇ ਆਪਾਂ ਆ ਜਾਂਦੇ। ਮੈਂ ਕਿਹਾ ਮੇਰੀ ਮਾਤਾ ਦੇ ਦੋਨੇ ਗੋਡੇ ਪਏ ਆ, ਬੁਰੀ ਹਾਲਤ ਆ, ਜਦੋਂ ਬਿਮਾਰ ਹੁੰਦੀ ਚੱਕ ਦੇ ਥੱਲੇ ਦੇ ਉਹਨੂੰ ਅਸੀਂ 50-60 ਵਾਰੀ ਅਸੀਂ ਹਸਪੀਟਲ ਵਿੱਚ ਉਹਨੂੰ ਲੈ ਗਏ, ਮੇਰੇ ਕੋਲ ਰਿਪੋਰਟਾਂ ਪਈਆਂ। ਇਹ ਸਾਰਾ ਇਲਾਕਾ, ਸਾਰਾ ਸਾਡਾ ਜ਼ਿਲ੍ਹਾ ਗਵਾਹ ਵਾ ਵੀ ਉਹ ਵਿਚਾਰੀ ਕਦੀ ਠੀਕ ਹੀ ਨਹੀਂ ਹੋਈ ਬਿਮਾਰੀ। ਅਤੇ ਮੈਂ ਕਿਹਾ ਵੀ ਜਦੋਂ ਉਹਦੇ ਵਿਸ਼ਵਾਸ ਕੀਤਾ ਮੈਂ ਠੀਕ ਹੋ ਗਿਆ, ਅਤੇ ਜਦੋਂ ਉਹਨੇ ਵਿਸ਼ਵਾਸ ਕੀਤਾ ਉਹ ਆਪ ਕਿਉਂ ਨਹੀਂ ਠੀਕ ਹੋਈ? ਉਹਨੂੰ ਵੀ ਤਾਂ ਠੀਕ ਹੋਣਾ ਚਾਹੀਦਾ ਜੇ ਵਿਸ਼ਵਾਸ ਕੀਤਾ। ਉਹ ਮੇਰੀ ਮਾਂ ਤੋਂ ਵੱਡਾ ਵਿਸ਼ਵਾਸ ਤੇ ਮੈਂ ਕਹਿੰਦਾ ਪੰਜਾਬ ਦੀ ਧਰਤੀ 'ਤੇ, ਪੂਰੇ ਵਰਲਡ ਦੀ ਧਰਤੀ 'ਤੇ ਕੋਈ ਨਹੀਂ ਕਰ ਸਕਦਾ, ਜਿਹਨੇ ਆਪਣੇ ਪੁੱਤ ਨੂੰ ਛੱਡਤਾ, ਆਪਣੀਆਂ ਧੀਆਂ ਦੇ ਜਿਹੜਾ ਵਿਆਹ 'ਤੇ ਪੈਸਾ ਲਾਉਣਾ ਸੀ ਉਹ ਪਾਸਟਰਾਂ ਦੇ ਢਿੱਡ 'ਚ ਵਾੜਤਾ, ਇਹਨਾਂ ਦੀਆਂ ਜੇਬਾਂ 'ਚ ਵਾੜਤਾ, ਉਹ ਆਪਣਾ ਘਰ-ਬਾਰ ਹੀ ਛੱਡਤਾ। ਉਹ ਤੋਂ ਵੱਡਾ ਵਿਸ਼ਵਾਸ ਹੋਰ ਮੈਂ ਕਹਿੰਦਾ ਕੌਣ ਕਰੂਗਾ? ਇਹ ਤੋਂ ਵੱਡਾ ਵਿਸ਼ਵਾਸ ਕੋਈ ਕਰ ਹੀ ਨਹੀਂ ਸਕਦਾ ਵੀ ਆਪਣਾ ਪਰਿਵਾਰ ਹੀ ਛੱਡ ਦੇਣਾ, ਆਪਣਾ ਘਰ ਛੱਡ ਦੇਣਾ, ਆਪਣੇ ਧੀਆਂ ਪੁੱਤ ਛੱਡ ਦੇਣੇ। ਧੀਆਂ ਪੁੱਤਾਂ ਲਈ ਤੇ ਮਾਂ ਜਿਹੜੀ ਆਪਣੀ ਕੁਰਬਾਨੀ ਦੇ ਦਿੰਦੀ, ਮਰ ਜਾਂਦੀ ਮਾਂ, ਪਰ ਧੀਆਂ ਪੁੱਤਾਂ ਨੂੰ ਨਹੀਂ ਛੱਡਦੀ। ਪਰ ਇੱਕ ਧਰਮ ਦੇ ਪਿੱਛੇ ਅੱਜ ਅਖੌਤੀ ਪਾਸਟਰਾਂ ਦੇ ਪਿੱਛੇ ਮਾਂ ਨੇ ਆਪਣਾ ਪੁੱਤ ਛੱਡਤਾ ਤੇ ਮਾਂ ਵਿਚਾਰੀ ਅੱਜ ਰੁਲਦੀ ਫਿਰਦੀ। ਇਹ ਤੋਂ ਵੱਡਾ ਵਿਸ਼ਵਾਸ ਤੁਸੀਂ ਦੱਸੋ ਜੇ ਹੋਰ ਕੋਈ ਕਰ ਸਕਦਾ ਤੇ ਦੱਸੋ ਮੈਨੂੰ, ਆਪਾਂ ਉਹਦੇ ਕੋਲ ਚੱਲ ਜਾਂਦੇ ਹਾਂ। ਗੱਲ ਕਰੀ ਮਨਜੀਤ ਜੀ, ਉਹ ਕਹਿੰਦੇ ਨੇ ਵੀ ਅਸੀਂ ਤੇ ਲੋਕਾਂ ਦੇ ਭਲਾਈ ਵਾਸਤੇ ਸਕੂਲ ਖੋਲ੍ਹੇ ਨੇ, ਗਰੀਬਾਂ ਦੇ ਬੱਚੇ ਜਿਹੜੇ ਨੇ ਕਨਵੈਂਟ ਸਕੂਲਾਂ 'ਚ ਪੜ੍ਹਦੇ ਨੇ, ਫ੍ਰੀ ਪੜ੍ਹਦੇ ਨੇ, ਉਹਨਾਂ ਨੂੰ ਵਧੀਆ ਸਿੱਖਿਆ ਦਿੱਤੀ ਜਾਂਦੀ ਆ। ਅਤੇ ਜੇ ਗੱਲ ਕਰੀਏ ਉਹਨਾਂ ਨੂੰ ਖਾਸ ਕਰਕੇ ਜਿਹੜੇ ਹਸਪਤਾਲ ਖੋਲ੍ਹੇ ਜਾਂਦੇ ਨੇ ਕ੍ਰਿਸਚਨ ਭਾਈਚਾਰੇ ਵੱਲੋਂ, ਉੱਥੇ ਫ੍ਰੀ ਲੋਕਾਂ ਦਾ ਇਲਾਜ ਵੀ ਕੀਤਾ ਜਾਂਦਾ ਵਾ ਬਿਨਾਂ ਭੇਦਭਾਵ ਤੋਂ। ਕਹਿੰਦੇ ਅਸੀਂ ਤਾਂ ਸੇਵਾ ਕਰਦੇ ਹਾਂ ਪਰਮੇਸ਼ਵਰ ਦੀ। ਕਿਤੇ ਕੋਈ ਸੇਵਾ ਨਹੀਂ ਹੋ ਰਹੀ ਜੀ, ਕਿਤੇ ਕੋਈ ਫ੍ਰੀ ਪੜ੍ਹਾਈ ਨਹੀਂ ਹੋ ਰਹੀ। ਮੈਂ ਕਹਿੰਦਾ ਕਿ ਮੈਂ ਚਲੋ ਅਸੀਂ ਚਰਚ ਜਾਂਦੇ ਰਹੇ, ਮੈਂ ਛੋਟੇ ਹੁੰਦਾ ਨਾ ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ। ਇਹ ਹੈਗੀਆਂ 2 ਸੰਸਥਾਵਾਂ ਅੱਡੋ ਅੱਡ ਆ, ਇੱਕ ਪੈਂਤੀਕੋਸਟਲ ਵਾਲੇ ਅਤੇ ਇੱਕ ਜਿਹੜੇ ਤੋਬ ਵਾਲੇ ਤੁਰੇ ਫਿਰਦੇ ਆ। ਮੈਂ ਆਪਣੀ ਮਦਰ ਨੂੰ ਕਿਹਾ ਵੀ ਚਲੋ ਆਪਾਂ ਜੇ ਤੂੰ ਜਾਣਾ ਹੀ ਚਰਚ ਤੇ ਆਪਾਂ ਇੱਧਰ ਚੱਲ ਜਾਈਏ ਪੈਂਤੀਕੋਸਟਲ ਵਾਲੇ ਕੌਨਵੈਂਟ ਸਕੂਲ ਜਿਨ੍ਹਾਂ ਦੇ ਬਣੇ ਆ, ਅਤੇ ਮੈਨੂੰ ਉੱਥੇ ਪੜ੍ਹਾ ਦਿਓ, ਮੇਰੀ ਪੜ੍ਹਾਈ ਵਧੀਆ ਹੋ ਜਾਵੇ। ਪਰ ਉਹ ਕਹਿੰਦੇ ਵੀ ਤੁਹਾਨੂੰ ਇੱਥੇ ਲਗਾਤਾਰ ਆਉਣਾ ਪੈਣਾ, ਤੁਹਾਡੇ ਨਾਂ ਦੇ ਪਿੱਛੋਂ ਸਿੰਘ ਕੱਢ ਕੇ ਮਸੀਹ ਲੱਗਾਊਗਾ, ਫਿਰ ਅਸੀਂ ਦੇ ਸਕਦੇ ਹਾਂ, ਤੁਹਾਨੂੰ ਫਰੀ ਪੜ੍ਹਾਈ ਕਰਵਾ ਸਕਦੇ, ਉਹ ਵੀ ਅੱਧੀ ਫੀਸ। ਕਿਤੇ ਕਿਸੇ ਦੇ ਬੱਚੇ ਨਹੀਂ ਪੜ੍ਹਾਏ ਜਾ ਰਹੇ, ਉਹ ਉਹਨਾਂ ਦੀਆਂ ਦੁਕਾਨਦਾਰੀਆਂ ਵਾ, ਉਹ ਸਾਡਾ ਕੋਈ ਨਹੀਂ ਹੈਗਾ ਉਹਦੇ ਵਿੱਚ। ਵੇਖੋ ਉੱਥੇ ਅਸੀਂ ਪੈਸੇ ਦਿੰਦੇ ਆਪਣੇ ਬੱਚਿਆਂ ਨੂੰ ਪੜ੍ਹਾਉਣੇ, ਕੋਈ ਫਰੀ ਨਹੀਂ ਪੜ੍ਹਾ ਰਹੇ ਉੱਥੇ ਵੀ ਇਹ ਕਹਿੰਦੇ ਵੀ ਤੁਸੀਂ ਸਾਡੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਜੋ, ਤੁਸੀਂ ਸਾਡੇ ਹਸਪਤਾਲਾਂ 'ਚ ਕਿਉਂ ਜਾ ਰਹੇ? ਅਸੀਂ ਤਾਂ ਜਿੱਥੇ ਕੋਈ ਚੰਗੀ ਸਿੱਖਿਆ ਮਿਲੂ ਅਸੀਂ ਤਾਂ ਜਾਵਾਂਗੇ, ਚਾਹੇ ਉਹ ਸਿੱਖ ਅੱਜ ਸ਼੍ਰੋਮਣੀ ਕਮੇਟੀ ਸਕੂਲ ਬਣਾ ਦੇਵੇ ਚੰਗਾ, ਉੱਥੇ ਚੰਗੀ ਸਿੱਖਿਆ ਦੇਵੇ, ਤਾਂ ਅਸੀਂ ਆਪਣੇ ਬੱਚੇ ਉੱਥੇ ਪਾਲਾਂਗੇ। ਅਸੀਂ ਧਰਮ ਕਰਕੇ ਥੋੜ੍ਹੀ ਉੱਥੇ ਆਪਣੇ ਬੱਚੇ ਪਾਏ ਵੀ ਉਹ ਧਰਮ ਕਰਕੇ। ਅਸੀਂ ਤਾਂ ਪੈਸੇ ਦੇ ਰਹੇ, ਫ੍ਰੀ ਨਹੀਂ ਪੜ੍ਹਾ ਰਹੇ ਬੱਚੇ। ਸੋ ਉਹਨਾਂ ਦਾ ਧੰਦਾ ਵਾ, ਉਹਨਾਂ ਦੀ ਦੁਕਾਨਦਾਰੀ, ਉਹਨਾਂ ਦਾ ਬਿਜ਼ਨਸ ਬਹੁਤ ਤਗੜਾ ਵਾ। ਉਹ ਤੇ ਉਹਨਾਂ ਨੇ ਵੇਖੋ ਉਹਨਾਂ ਨੂੰ ਬਹੁਤ ਫਾਇਦਾ ਆ ਰਿਹਾ, ਤੋਂ ਕਮਾਈ ਕਰ ਰਹੇ ਅਗਲੇ, ਤੇ ਬੱਚੇ ਨੂੰ ਪੜ੍ਹਾ ਰਹੇ ਆ। ਉਹ ਫ੍ਰੀ ਥੋੜ੍ਹੀ ਕਿਸੇ ਦਾ ਪੜ੍ਹਾ ਰਿਹਾ ਬੱਚਾ। ਗੱਲ ਕਰੀ ਮਨਜੀਤ ਜੀ, ਤੁਸੀਂ ਕਿੰਨਾ ਚਿਰ ਜਿਹੜਾ ਵਾ ਇਸ ਧਰਮ ਵਿੱਚ ਰਹੇ ਜੇ, ਅਤੇ ਗੱਲ ਕਰੀਏ ਪਰਿਵਾਰ ਦੀ ਜਾਂ ਤੁਸੀਂ ਪਾਸਟਰਾਂ ਦੇ ਨਾਲ ਜਾ ਕੇ ਜਿਵੇਂ ਲੋਕਾਂ ਦੇ ਘਰਾਂ ਵਿੱਚ ਦੁਆਵਾਂ ਕਰਦੇ ਰਹੇ, ਤੁਸੀਂ ਵੀ ਇਸ ਤਰ੍ਹਾਂ ਲੋਕਾਂ ਦੇ ਘਰਾਂ ਜਾ ਕੇ ਦੁਆ ਕਰਦੇ ਰਹੇ ਸੀ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਬਹੁਤ ਜ਼ਿਆਦਾ ਜੀ। ਜਦੋਂ ਤੇ ਮੈਂ ਮਤਲਬ ਹੋਸ਼ ਸੰਭਾਲੀ ਉਦੋਂ ਤੋਂ ਹੀ ਮੈਨੂੰ ਮੇਰੀ ਮਾਤਾ ਨੇ ਇੱਧਰਲੇ ਪਾਸੇ ਹੀ ਤੋਰ ਛੱਡਿਆ। ਮੈਂ ਤਾਂ ਜਿਸ ਦਿਨ ਨਹੀਂ ਪਾਸਟਰਾਂ ਦੇ ਨਾਲ ਜਾਂਦਾ, ਨਹੀਂ ਉਹਨਾਂ ਦੇ ਨਾਲ ਦੁਆ ਬੰਦਗੀ ਕਰਨ ਚਾਹੀਦਾ, ਜਾਂ ਐਤਵਾਰ ਨੂੰ ਚਰਚ ਨਹੀਂ ਚਾਹੀਦਾ, ਬਹੁਤ ਘਰੇ ਕਲੇਸ਼ ਪੈ ਦਿੰਦਾ ਸੀ ਵੀ ਤੂੰ ਤੇਰੇ ਵਿੱਚ ਸ਼ੈਤਾਨ ਆ ਗਿਆ ਵਾ, ਤੂੰ ਜਾ ਨਹੀਂ ਰਿਹਾ ਚਰਚ, ਤੂੰ ਪਾਸਟਰਾਂ ਦੇ ਨਾਲ ਨਹੀਂ ਗਾ। ਸਾਨੂੰ ਰਾਤ ਨੂੰ ਨਾ ਸੌਣ ਨਹੀਂ ਦਿੱਤਾ ਜਾਂਦਾ ਹੁੰਦਾ, ਮਾਤਾ ਇਹਨਾਂ ਦੇ ਨਾਲ ਘੱਲ ਦਿੰਦੀ। ਮੈਂ ਆਪ ਢੋਲਕੀ ਵਜਾਉਂਦਾ ਰਿਹਾ ਉੱਥੇ,
ਮੈਂ ਗੀਤ ਗਾਉਂਦਾ ਰਿਹਾ ਜੀ ਬਹੁਤ, ਮੈਂ ਢੋਲਕੀ ਵਜਾਉਂਦਾ ਰਿਹਾ ਰਾਤ ਨੂੰ 12 1 ਵਜੇ ਤੱਕ ਧੁੰਦਾਂ ਦੇ ਵਿੱਚ। ਇਹ ਪਾਸਟਰਾਂ ਦੇ ਨਾਲ ਜਾਣਾ ਆਉਣਾ, ਇਹਨਾਂ ਨੇ ਝੋਲਾ ਭਰ ਕੇ ਆਪਣਾ ਉੱਥੋਂ ਚੰਦਾ ਦਸਵੰਧ ਲੈ ਆਉਣਾ, ਅਤੇ ਅਸੀਂ ਨਾਲ ਬੱਸ ਖਾ ਕੇ ਅਗਲੇ ਦੇ ਘਰੋਂ ਰੋਟੀ, ਅਤੇ ਅਸੀਂ ਵਾਪਸ ਆ ਜਾਣਾ। ਸਾਨੂੰ ਇਸ ਤਰ੍ਹਾਂ ਬੇਕੂਫ ਤਾਂ ਟੀਮਾਂ ਸਾਰੀਆਂ ਰੱਖੀਆਂ ਗਈਆਂ, ਲੋਕ ਵਿਚਾਰੇ ਦਿਨੇ ਸਾਰੀ ਦਿਹਾੜੀ ਕੰਮ ਕਰਦੇ ਆ। ਇਹਨਾਂ ਦੀ ਦੁਕਾਨਦਾਰੀ ਰਾਤ ਨੂੰ ਸ਼ੁਰੂ ਹੁੰਦੀ ਹੈ, ਰਾਤ ਨੂੰ ਜਾ ਕੇ ਅਗਲੇ ਦੇ ਘਰੋਂ ਪੈਸੇ ਇਕੱਠੇ ਕਰਨ ਜਾਂਦੇ ਆ। ਸਾਡੇ ਵਰਗੇ ਵਿਚਾਰੇ ਜਿਹੜੇ ਗਰੀਬ ਭਲੇ ਮਾਨਸ ਲੋਕ ਆ, ਉਹਨਾਂ ਨੂੰ ਇਹ ਨਾਲ 4 ਜਣੇ ਨੂੰ ਇਕੱਠੇ ਕਰਕੇ ਲੈ ਜਾਂਦੇ, ਉਹ ਵਿਚਾਰੇ ਰੋਟੀ ਖਾ ਕੇ ਉੱਥੇ ਰੱਬ ਕਰਕੇ ਮੋੜ ਆਉਂਦੇ ਵੀ ਖਰੇ ਇਹਨਾਂ ਦੇ ਪਿੱਛੇ ਲੱਗ ਕੇ ਅਸੀਂ ਸਵਰਗ 'ਚ ਜਾਣਾ, ਪਤਾ ਨਹੀਂ ਕੀ ਸਾਡਾ ਫਾਇਦਾ ਹੋ ਜਾਣਾ। ਪਰ ਕੁਛ ਫਾਇਦਾ ਨਹੀਂ, ਇਹ ਤੁਹਾਡੀ ਬਰਬਾਦੀ ਹੋ ਰਹੀ ਜੋ। ਇਹ ਗੱਲ ਕਰੀ ਮਨਜੀਤ ਜੀ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਪਾਸਟਰਾਂ ਦੇ ਨਾਲ ਲੋਕਾਂ ਦੇ ਘਰਾਂ 'ਚ ਜਾਂਦੇ ਸੀ ਦੁਆ ਕਰਨ, ਕਿਸ ਤਰ੍ਹਾਂ ਦੀ ਜਾ ਕੇ ਲੋਕਾਂ ਦੀਆਂ ਬਿਮਾਰੀਆਂ ਜਿਹੜੀਆਂ ਦੇਖਦੇ ਸੀ ਜਾ ਕੇ, ਅਤੇ ਕਿੰਨੇ ਕੁ ਲੋਕ ਜਿਹੜੇ ਸੀ ਠੀਕ ਹੁੰਦੇ ਸੀ? ਬਿਮਾਰੀਆਂ ਕੋਈ ਨਹੀਂ ਜੀ। ਵੇਖੋ ਇਹ ਤਾਂ ਮੈਂ ਨਾ ਹੁਣ ਤੁਹਾਨੂੰ ਆ ਵੇਖੋ, ਆਪਾਂ ਕਈ ਵਾਰ ਪਿਕਚਰਾਂ 'ਚ ਵੇਖਦੇ ਇੱਕ ਬਜਰੰਗੀ ਬਾਈ ਜਾਨ ਆ, ਉਹ ਚੰਡ 'ਤੇ ਕੁੜੀ ਨੂੰ ਵਿਚਾਰੀ ਨੂੰ ਇੰਨਾ ਜੋਸ਼ ਆ ਜਾਂਦਾ ਵੀ ਉਹ ਸਾਰੀ ਫਿਲਮ 'ਚ ਗੁੰਗੀ ਰਹੀ ਆ, ਐਂਡ 'ਤੇ ਉਹਨੂੰ ਇੰਨਾ ਜੋਸ਼ ਆ ਜਾਂਦਾ ਵੀ ਉਹ ਜ਼ੋਰ 'ਚ ਬੋਲਦੀ ਤਾਂ ਉਹਦੀ ਜ਼ਬਾਨ ਖੁੱਲ੍ਹ ਜਾਂਦੀ, ਉਹ ਚੱਲ ਪੈਂਦੀ ਆ। ਇਸ ਤਰ੍ਹਾਂ ਇਹ ਲੋਕਾਂ ਨੂੰ ਇਕੱਠਿਆਂ ਕਰਕੇ ਉਹਨਾਂ ਦੇ ਵਿੱਚ ਹਾਲਾ ਲਾਲਾ ਕਰਾ ਕੇ ਜੋਸ਼ ਭਰ ਦਿੰਦੇ ਆ। ਜਿਹੜਾ ਕੋਈ ਠੀਕ ਹੋ ਗਿਆ, ਨਹੀਂ ਹੋਇਆ ਤਾਂ ਇਹਨਾਂ ਨੇ ਕਹਿਣਾ ਤੇਰਾ ਵਿਸ਼ਵਾਸ ਨਹੀਂ ਹੋਇਆ, ਤੂੰ ਵਿਸ਼ਵਾਸ ਨਹੀਂ ਕੀਤਾ। ਬਾਕੀ ਰਹੀ ਗੱਲ ਇਹ ਜਿਹੜੇ ਵੱਡੇ ਪਾਸਟਰ ਜਿਸ ਤਰ੍ਹਾਂ ਅੰਕੁਸ਼ ਨਰੂਲਾ ਵਾ, ਜੇ ਆਪਾਂ ਇਹਦਾ ਅੰਮ੍ਰਿਤਸਰ ਦਾ ਪ੍ਰੋਗਰਾਮ ਕੱਢ ਕੇ ਵੇਖੀਏ, ਅਸੀਂ ਨਾਲ ਗਏ ਉਸ ਦਿਨ ਜਿਸ ਦਿਨ ਇਹਦਾ ਪ੍ਰੋਗਰਾਮ ਕਰਵਾਇਆ ਵਾ, 9 ਲੱਖ ਰੁਪਈਆ ਇਹਨੂੰ ਮਿੰਨਤਾਂ ਕਰਕੇ ਦਿੱਤਾ। 3 ਦਿਨਾਂ ਦਾ ਵੀ ਪ੍ਰੋਗਰਾਮ ਕਰਦੇ, ਇਹ 12 ਲੱਖ ਤੋਂ ਘੱਟ ਦਾ ਨਹੀਂ। ਬੰਦਾ ਕਹਿੰਦਾ ਵੀ ਨਹੀਂ ਮੈਨੂੰ ਵਾਰਾ ਨਹੀਂ ਖਾਂਦਾ, ਅਤੇ 9 ਲੱਖ ਰੁਪਈਆ ਮਿੰਨਤਾਂ ਕਰਕੇ ਦਿੱਤਾ ਵੀ ਰੱਬ ਦਾ ਕੰਮ ਹੈ, ਚੱਲ ਕੋਈ ਨਹੀਂ 9 ਲੱਖ 'ਚ ਕਰਦੇ। ਅਤੇ ਇੱਕ ਵੀ ਬੰਦਾ ਅੰਮ੍ਰਿਤਸਰ ਦਾ ਉਦੋਂ ਠੀਕ ਨਹੀਂ ਹੋਇਆ। 3 ਦਿਨ ਦਾ ਨੇ ਪ੍ਰੋਗਰਾਮ ਕੀਤਾ, ਲੱਖ ਬੰਦਾ ਇਕੱਠਾ ਹੁੰਦਾ ਰਿਹਾ ਉੱਥੇ। ਵੀਰੋ ਇੰਨਾ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ, ਇੰਨਾ ਉਤਸ਼ਾਹ ਭਰਿਆ ਜਾਂਦਾ ਲੋਕਾਂ ਦੇ ਵਿੱਚ ਵੀ ਜਿਹਨੇ 10 ਰੁਪਈਏ ਦੇਣੇ ਨਾ ਮੇਰੇ ਵਰਗੇ ਨੂੰ, ਉਹ ਵੀ 100 ਰੁਪਈਆ ਕੱਢ ਕੇ ਦੇ ਦਿੰਦਾ ਵਾ। ਇਹ ਉਦਾਹਰਨਾਂ ਮੇਰੇ ਕੋਲ ਬੜੀਆਂ ਤਗੜੀਆਂ ਵਾ। ਕਈ ਲੋਕ ਜੋ ਝਾਣ ਕੇ ਵਿਚਾਰੇ ਆਪਣੇ ਗਾਤਰੇ ਲਾ ਦਿੰਦੇ, ਪੱਗਾਂ ਲਾ ਦਿੰਦੇ ਆ, ਪਰ ਉਹ ਜਿਹੜੇ ਬੰਦੇ ਇਹਨਾਂ ਨੇ ਠੀਕ ਕੀਤੇ ਹੁੰਦੇ ਉਹ ਸਾਰੇ ਇਹਨਾਂ ਦੇ ਆ। ਉਹ ਸਾਰੇ ਇਹਨਾਂ ਦੇ ਉਹ ਕਹਿ ਲਓ ਵੀ ਕਲਾਕਾਰ ਆ, ਜਿਹੜੇ ਇਹਨਾਂ ਦੇ ਉਹ ਕੀ ਕਹਿੰਦੇ ਵੀ ਐਕਟਿੰਗ ਕਰਨ ਵਾਲੇ ਸਾਰੇ ਬੰਦੇ ਆ। ਵੀਰੋ ਪਿੱਛੋਂ ਹੀ ਗੱਡੀਆਂ ਦੇ ਵਿੱਚ ਭਰ ਕੇ ਆਉਂਦੇ ਆ, ਤੁਸੀਂ ਕੱਢ ਕੇ ਵੇਖ ਲਓ ਪ੍ਰੋਗਰਾਮ, ਪਿੱਛੋਂ ਹੀ ਗੱਡੀਆਂ ਦੇ ਵਿੱਚ ਭਰ ਕੇ ਆਉਂਦੇ ਬੰਦੇ ਨਾਲ ਹੀ। ਉਹ ਆਪੇ ਹੀ ਠੀਕ ਹੋ ਕੇ ਉੱਥੇ ਖਰੋੜੀਆਂ ਸੁੱਟ ਕੇ ਆਪੇ ਗੱਡੀਆਂ 'ਚ ਬਹਿ ਕੇ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਚੱਲ ਜਾਂਦੇ, ਕਿੱਥੋਂ ਆਏ, ਕੌਣ ਆ ਕੌਣ ਨਹੀਂ। ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ, ਜਿਹੜਾ ਲੋਕਾਂ ਦਾ ਪਿਤਾ ਬਣਿਆ ਸੀ ਸਰਸੇ ਵਾਲਾ, ਉਹ ਅੰਦਰ ਬੈਠਾ ਨਾ, ਹੁਣ ਇਹ ਜਿਹੜਾ ਅੰਕੁਸ਼ ਨਰੂਲਾ ਲੋਕਾਂ ਦਾ ਪਾਪਾ ਬਣਿਆ ਨਾ, ਵੀ ਪਾਪਾ ਜੀ ਵੇਖੋ ਤੁਸੀਂ ਇੱਕ ਗੱਲ ਹੈ। ਹੁਣ ਮੈਂ ਪਹਿਲੇ ਦਿਨ ਚਰਚ ਗਿਆ, ਮੈਨੂੰ ਕੀ ਪਤਾ ਪਾਸਟਰ ਨੂੰ ਇੱਥੇ ਪਾਪਾ ਜੀ ਕਹਿੰਦੇ ਆ। ਉੱਥੇ ਕਹੇ ਸਾਰੇ ਜਿੰਨੇ ਗਵਾਹੀ ਦੇ ਰਹੇ ਹੋ, ਕਹਿੰਦੇ ਪਾਪਾ ਜੀ ਅਸੀਂ ਤੁਹਾਡੀ ਕਿਰਪਾ ਦੇ ਨਾਲ ਠੀਕ ਹੋ ਗਏ, ਤੁਸੀਂ ਦੁਆ ਕੀਤੀ ਪਾਪਾ ਜੀ ਅਸੀਂ ਠੀਕ ਹੋ ਗਏ। ਹੁਣ ਪਾਪਾ ਜੀ ਉੱਥੇ ਸਿਖਾਇਆ ਜਾ ਰਿਹਾ ਵਾ, ਸਾਰੇ ਇੱਕੋ ਤਰ੍ਹਾਂ 'ਚ ਕਿੱਦਾਂ ਬੋਲ ਰਹੇ ਆ। ਇਹ ਉਹਨਾਂ ਨੂੰ ਪਹਿਲਾਂ ਲਿਖ ਕੇ ਦਿੱਤਾ ਜਾ ਰਿਹਾ, ਉਹਨਾਂ ਦੀ ਪ੍ਰੈਕਟਿਸ ਕਰਾਈ ਜਾਈ, ਉਹਨਾਂ ਨੂੰ ਪੜ੍ਹਾਇਆ ਜਾ ਰਿਹਾ ਵਾ, ਫਿਰ ਇੱਕੋ ਹੀ ਤਰਜ਼ 'ਚ ਬੋਲਿਆ ਜਾਂਦਾ। ਹੁਣ ਮੈਂ ਪਹਿਲੇ ਦਿਨ ਜਾ ਕੇ ਮੰਨ ਲਓ ਮੈਂ ਠੀਕ ਹੋ ਜਾਂਦਾ, ਮੈਨੂੰ ਕੀ ਪਤਾ ਮੈਂ ਇਹਨੂੰ ਪਾਪਾ ਕਹਿਣਾ ਕਿ ਮੈਂ ਇਹਨੂੰ ਚਾਚਾ ਕਹਿਣਾ ਕਿ ਕੀ ਕਹਿਣਾ। ਮੈਂ ਦੇਖੋ ਕਹਿਣਾ ਪਾਸਟਰ ਜੀ ਮੈਂ ਠੀਕ ਹੋ ਗਿਆ ਜੀ, ਮੈਂ ਵਧੀਆ ਹੋ ਗਿਆ, ਚਲੋ ਮੈਂ ਇੱਥੇ ਤੁਹਾਡੇ ਕੋਲ ਪਹਿਲੇ ਦਿਨ ਆਇਆ। ਪਰ ਉੱਥੇ ਪਾਪਾ ਜੀ ਕਹਿ ਕੇ ਬੋਲਿਆ ਜਾ ਰਿਹਾ, ਉਹ ਸਾਰਿਆਂ ਨੂੰ ਉੱਥੇ ਪੱਟੀ ਪੜ੍ਹਾਈ ਜਾ ਰਹੀ, ਪਹਿਲੀ ਉਹਨਾਂ ਨੂੰ ਐਕਟਿੰਗ ਕਰਾਈ ਜਾ ਰਹੀ ਹੈ। ਤੁਸੀਂ ਚੀਜ਼ਾਂ ਨੋਟ ਕਰੋ ਵੀਰੋ, ਤੁਸੀਂ ਆਪ ਕੱਢ ਕੇ ਵੇਖੋ YouTube ਤੋਂ। ਪਰ ਕੀ ਲੱਗਦਾ ਨਹੀਂ ਮਨਜੀਤ ਜੀ, ਤੁਸੀਂ ਬੜਾ ਵੱਡਾ ਇਲਜ਼ਾਮ ਲਗਾ ਰਹੇ ਹੋ ਸਾਈ ਭਾਈਚਾਰੇ 'ਤੇ ਵੀ ਇਹ ਜਿਹੜੇ ਨੇ ਨਕਲੀ ਪਾਸਟਰ ਜਿਹੜੇ ਲੋਕ ਠੀਕ ਨਹੀਂ ਹੁੰਦੇ, ਕਿਉਂਕਿ ਤੁਸੀਂ ਚੈਲੰਜ ਕਰ ਰਹੇ ਹੋ। ਤੁਹਾਨੂੰ ਉਹ ਪੁੱਛ ਵੀ ਸਕਦੇ ਨੇ, ਤੁਹਾਨੂੰ ਜਵਾਬ ਵੀ ਤੁਸੀਂ ਉਹਨਾਂ ਨੂੰ ਤੁਹਾਡੇ ਕੋਲ ਮੰਗ ਸਕਦੇ ਨੇ ਵੀ ਤੁਹਾਡੇ ਕੋਲ ਕੀ ਸਬੂਤ ਹੈ ਵੀ ਤੁਹਾਡੇ ਕੋਲ ਪੈਸੇ ਮੰਗਦੇ ਰਹੇ ਨੇ, ਜਾਂ ਤੁਸੀਂ ਦੱਸ ਰਹੇ ਹੋ ਵੀ ਉਹ ਲੋਕ ਠੀਕ ਨਹੀਂ ਹੁੰਦੇ ਰਹੇ, ਕਿਉਂਕਿ ਬਹੁਤ ਵੱਡਾ ਤੁਸੀਂ ਉਹਨਾਂ ਨੂੰ ਚੈਲੰਜ ਕਰ ਰਹੇ ਹੋ ਈਸਾਈ ਭਾਈਚਾਰੇ ਨੂੰ। ਹਾਂਜੀ ਜਨਾਬ, ਮੈਂ ਤਾਂ ਇਹ ਕਹਿਣਾ ਵਾ ਵੀ ਮੈਂ ਕਹਿੰਦਾ ਚਲੋ ਠੀਕ ਹੈ, ਮੈਂ ਚੈਲੰਜ ਕੀਤਾ, ਮੇਰੇ ਚੈਲੰਜ ਨੂੰ ਸਵੀਕਾਰ ਕਰਨ। ਇੱਥੇ ਇਕੱਲੇ ਬਹਿ ਕੇ ਨਾ ਇੰਟਰਵਿਊ ਕਰਨ ਦਾ ਮੈਨੂੰ ਵੀ ਮਜ਼ਾ ਨਹੀਂ ਆਉਂਦਾ, ਕਿਉਂਕਿ ਮੈਂ ਕੋਈ ਸਵਾਲ ਉਹਨਾਂ ਨੂੰ ਪੁੱਛਾਂ, ਉਹ ਮੇਰੇ ਸਵਾਲਾਂ ਦੇ ਜਵਾਬ ਦੇਣ, ਅਤੇ ਉਹ ਮੈਨੂੰ ਸਵਾਲ ਪੁੱਛਣ, ਮੈਂ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਵਾਂ। ਉਹ ਬਿਆਨ ਨਾ ਕਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚੋਂ ਗੱਲ, ਉਹ ਤੋਂ ਬਾਹਰ ਨਹੀਂ ਕਰਨੀ ਆਪਾਂ। ਮੈਂ ਕਰੂੰਗਾ ਸਿਰਫ ਬਾਈਬਲ ਦੇ ਵਿੱਚੋਂ। ਅਤੇ ਜੇ ਆਪਾਂ ਪਹਿਲਾਂ ਹੀ ਉਹਨਾਂ ਦੇ ਪੇਜ ਤੋਂ ਉਤਪਤ ਦੀ ਪਹਿਲੀ ਜਿਹੜੀ ਪੰਗਤੀ ਆ, ਉੱਥੋਂ ਹੀ ਆਪਾਂ ਗਾਂਹ ਤੁਰ ਪਏ ਅਤੇ ਫਿਰ ਆਪਾਂ ਗਾਂਹ ਦੀਆਂ ਗੱਲਾਂ ਕਰ ਲਾਂਗੇ। ਇਹਨਾਂ ਨੇ ਉੱਥੇ ਹੀ ਫੇਲ ਹੋ ਜਾਣਾ। ਉੱਥੋਂ ਹੀ ਇਹਨਾਂ ਕੋਲ ਉਹ ਚੀਜ਼ ਦਾ ਹੀ ਜਵਾਬ ਨਹੀਂ ਹੈਗਾ ਵੀ ਆਦਮ ਹਵਾ ਨੇ ਕਿਹੜਾ ਫਲ ਖਾ ਲਿਆ, ਉਹ ਸਵਰਗ ਕਿੱਥੇ ਸੀ ਜਿਹੜਾ ਪਰਮੇਸ਼ਰ ਨੇ ਇਹਨਾਂ ਨੂੰ ਬਣਾ ਕੇ ਦਿੱਤਾ। ਔਰਤ ਬਾਰੇ ਇੱਦਾਂ ਮੰਦਾ ਕਿਉਂ ਬੋਲਿਆ ਗਿਆ ਵਾ, ਔਰਤ ਨੂੰ ਦੱਸਿਆ ਗਿਆ ਵੀ ਨਰਕ ਦਾ ਦੁਆਰ ਆ, ਔਰਤ ਨੂੰ ਦੱਸਿਆ ਗਿਆ ਵਾ। ਅਤੇ ਉਹ ਮਤਲਬ ਇੱਦਾਂ ਦੀਆਂ ਬੜੀਆਂ ਗੱਲਾਂ ਬਾਤਾਂ ਬੜੀਆਂ ਜ਼ਿਆਦੀਆਂ। ਹੁਣ ਜੇ ਮੈਂ ਇੱਥੇ ਇਕੱਲਾ ਗੱਲ ਕਰੀ ਜਾਊਂਗਾ, ਉਹ ਹੋ ਜਾਂਦਾ ਇੱਕ ਤਰਫੀ, ਵੀ ਦੂਜਾ ਤਾਂ ਪੱਖ ਇਹਨਾਂ ਨੇ ਰੱਖਿਆ ਹੀ ਨਹੀਂ। ਇਸ ਕਰਕੇ ਮੇਰੀ ਇਹਨਾਂ ਨੂੰ ਬੇਨਤੀ ਹੈ ਇੱਕ ਇਹਨਾਂ ਦੇ ਚਰਨਾਂ ਦੇ ਵਿੱਚ ਵੀ ਤੁਸੀਂ ਆਓ ਮੇਰੇ ਸਾਹਮਣੇ ਇੱਕ ਵਾਰੀ ਬੈਠੋ, ਮੈਨੂੰ ਸਵਾਲਾਂ ਦੇ ਜਵਾਬ ਦਿਓ। ਤੁਹਾਡਾ ਸਾਰਾ ਮਤਲਬ ਆਪਾਂ ਪ੍ਰਚਾਰ ਹੋਰ ਵੀ ਵਧੂਗਾ, ਤੁਸੀਂ ਜਿੱਤੋਗੇ ਤੁਹਾਡਾ ਪ੍ਰਚਾਰ ਹੋਰ ਵੀ ਵਧੂਗਾ, ਲੋਕ ਤੁਹਾਡੇ ਹੋਰ ਵੀ ਪਿੱਛੇ ਲੱਗਣਗੇ। ਅਤੇ ਬਹੁਤ ਜਿਹੜੀਆਂ ਗੱਲਾਂ ਤੁਹਾਡੇ ਨਾਲ ਕਰਨ ਵਾਲੀਆਂ ਵਾ, ਤੁਸੀਂ ਨਵੇਂ ਐਤਨਾਮੇ 'ਚ ਚਾਹੇ ਪੁਰਾਣੇ ਐਤਨਾਮੇ 'ਚ ਜਿੱਥੋਂ ਮਰਜ਼ੀ ਸ਼ੁਰੂ ਕਰ ਲਓ, ਆਪਾਂ ਉਤੋਂ ਤੋਂ ਸ਼ੁਰੂ ਕਰ ਲਾਂਗੇ। ਤੁਸੀਂ ਜਵਾਬ ਦੇਈ ਜਾਓ, ਆਪਾਂ ਗਾਂਹ ਤੁਰੇ ਜਾਵਾਂਗੇ। ਇਹੋ ਜਿਹੇ ਸਵਾਲ ਤੁਹਾਨੂੰ ਆ ਜਾਣੇ ਵੀ ਤੁਹਾਨੂੰ ਜਵਾਬ ਦੇਣਾ ਔਖਾ ਹੋ ਜਾਣਾ ਵਾ। ਕੈਮਰੇ 'ਤੇ ਬਹੁਤ ਮਤਲਬ ਗੱਲਾਂ ਮੈਂ ਦੱਸ ਨਹੀਂ ਸਕਦਾ ਵੀ ਕਿੱਦਾਂ ਦੀਆਂ ਗੱਲਾਂ ਬਾਈਬਲ ਦੇ ਵਿੱਚ ਲਿਖੀਆਂ ਵਾ। ਵੀ ਜਿਹੜੀ ਕੁਆਰੀ ਕੁੜੀ ਆ, ਉਹ ਹੁਣ ਸੱਜ ਕੇ ਤਿਆਰ ਹੋ ਚੁੱਕੀ ਆ, ਉਹ ਪੂਰੀ ਦੁਲਹਨ ਬਣ ਗਈ ਆ। ਉਹਦੀਆਂ ਛਾਤੀਆਂ ਬਾਰੇ ਪਤਾ ਨਹੀਂ ਕੀ ਕੁਛ ਲਿਖਿਆ, ਹੁਣ ਮੈਂ ਕੈਮਰੇ 'ਤੇ ਇਸ ਤਰ੍ਹਾਂ ਬੋਲ ਨਹੀਂ ਸਕਦਾ ਸ਼ਰਿਆਂ ਵਾ। ਅਤੇ ਉਹੋ ਜਿਹੇ ਸਵਾਲ ਨੂੰ ਕੱਢ ਕੇ ਤੁਹਾਡੇ ਕੈਮਰੇ ਦੇ ਸਾਹਮਣੇ ਸਟੂਡੀਓ ਵਿੱਚ ਬਹਿ ਕੇ ਆਪਾਂ ਕਰਾਂਗੇ। ਜੇ ਉਹਨਾਂ ਦਾ ਜਵਾਬ ਦੇ ਜਾਣ
ਤੇ ਮੁੜ ਕੇ ਉਹ ਗੱਲ ਨਹੀਂ ਵੀ ਤੁਸੀਂ ਉਧਰ ਰੂਹਾਨੀਅਤ ਕੱਢ ਲਓ, ਇੱਧਰ ਕੱਢ ਲਓ, ਉੱਧਰ ਕੱਢ ਲਓ। ਗੱਲ ਆਪਾਂ ਕਰਨੀ ਸਰਲ ਤੇ ਸਿੱਧੀ, ਜਿਹੜੀ ਲੋਕਾਂ ਨੂੰ, ਆਮ ਲੋਕਾਂ ਨੂੰ, ਜਿਹੜੇ ਭਲੇ ਮਾਨਸ ਲੋਕਾਂ ਨੂੰ ਸਮਝ ਆਵੇ। ਕਿਉਂਕਿ ਹੁਣ ਤੁਸੀਂ ਅਨਪੜ੍ਹਾਂ ਦੇ ਪਾਪਾ ਬਣੀ ਜਾਂਦੇ ਜੋ ਇੱਥੇ ਆਣ ਕੇ, ਤੇ ਜਾ ਕੇ ਪੜ੍ਹਿਆਂ ਲਿਖਿਆਂ ਦੇ ਪਾਪਾ ਬਣੋ ਜੇ ਬਣਨਾ ਵਾ। ਅੱਗੇ ਇੱਕ ਪਿਤਾ ਜੀ ਤੇ ਜੇਲ੍ਹ 'ਚ, ਹੁਣ ਇਹ ਵੀ ਥੋੜ੍ਹੇ ਟਾਈਮ ਤੱਕ ਬਸ ਜੇਲ੍ਹ 'ਚ ਜਾਣ ਵਾਲੇ ਬਣ ਗਏ। ਮੈਂ ਤੁਹਾਨੂੰ ਲਾਸਟ ਸ਼ਾਇਦ ਆਪਣੀ ਇੰਟਰਵਿਊ ਲੰਮੀ ਹੋ ਜੇ, ਮੈਂ ਤੁਹਾਨੂੰ ਲਾਸਟ ਇੱਕ ਹੋਰ ਚੀਜ਼ ਦੱਸਣਾ ਚਾਹੁੰਦਾ ਵੀ ਥੋੜ੍ਹੇ ਦਿਨਾਂ ਤੱਕ ਇੱਕ ਰੈਸਲਿੰਗ ਦੀ ਫਾਈਟ ਹੋਣ ਜਾ ਰਹੀ ਆ। ਰੋਮਨ ਰੇਂਜ ਹੁਣੀ ਕਰਾ ਰਿਹਾ, ਉਹਦਾ ਨਾਮ ਆ CC, ਕੈਂਸਰ ਕੇਅਰ ਫਾਈਟ ਆ। ਉਹ ਸਿਰਫ ਜਿਹੜੇ ਕੈਂਸਰ ਵਾਲੇ ਬੱਚੇ ਉਹਨਾਂ ਵਾਸਤੇ ਫਾਈਟ ਹੋ ਰਹੀ, ਤੇ ਕਰੋੜਾਂ ਰੁਪਈਆਂ ਦੇ ਇਨਾਮ ਆ। ਮੈਂ ਲੋਕਾਂ ਦੇ ਜਿਹੜੇ ਅਨਪੜ੍ਹਾਂ ਦੇ ਪਾਪਾ ਜੀ ਨੂੰ ਬੇਨਤੀ ਕਰਦਾ, ਅੰਕੁਰ ਚੰਦਰੂਲੇ ਨੂੰ, ਵੀ ਜਾ ਤੂੰ ਅਮਰੀਕਾ ਵਿੱਚ ਜਾ, ਉੱਥੇ ਜਾ ਕੇ ਤੂੰ 10-15 ਲੋਕ ਇਕੱਠਾ ਜਿਹੜਾ ਹੋਇਆ ਵਾ, ਉਹਨਾਂ ਦੇ ਵਿੱਚ ਜਾ ਕੇ ਤੂੰ, ਉਹ ਛੋਟੇ ਛੋਟੇ ਬੱਚੇ ਉਹ 'ਤੇ ਵਿਸ਼ਵਾਸ ਕਰਨਗੇ। ਵੇਖੋ, ਇਹ ਇੰਨੀ ਗੱਲ ਨਹੀਂ ਕਹਿ ਸਕਦੇ ਵੀ ਬੱਚੇ, ਜਿਹੜਾ ਬੱਚਾ ਮਰਨੇ ਪਿਆ ਡੁੱਬਦੇ ਨੂੰ ਕਹਿੰਦੇ ਤਿਣਕੇ ਦਾ ਸਹਾਰਾ, ਜਿਹੜਾ ਵਿਚਾਰਾ ਮਰ ਰਿਹਾ ਵਾ, ਉਹ ਕਿਉਂ ਨਾ ਵਿਸ਼ਵਾਸ ਕਰੂਗਾ ਪਰਮੇਸ਼ਰ ਦਾ ਵੀ ਪਰਮੇਸ਼ਰਾਂ ਨੂੰ ਠੀਕ ਕਰੂਗਾ। ਨਾਲੇ ਉਹਦੇ ਹੈਗੇ ਕ੍ਰਿਸਚਨ ਆ ਪਹਿਲਾਂ ਦੇ, ਉਹ ਸਾਰੇ ਬੱਚੇ ਹੀ ਕ੍ਰਿਸਚਨ ਆ। ਰੋਮਨ ਰੇਂਜ ਹੋਣੀ ਕ੍ਰਿਸਚਨ ਆ, ਸਾਰੇ ਜਿਹੜੇ ਰੈਸਲਿੰਗ ਕਰ ਰਹੇ ਉਹ ਸਾਰੇ ਸਪੋਰਟਸਮੈਨ ਜਿੰਨੇ ਵੀ ਪਲੇਅਰ ਆ ਉਹ ਸਾਰੇ ਕ੍ਰਿਸਚਨ ਆ, ਉਹ ਵੀ ਤੁਹਾਡੇ 'ਤੇ ਵਿਸ਼ਵਾਸ ਕਰਨਗੇ। ਤੇ ਵੇਖੋ, ਤੁਸੀਂ ਇੱਥੇ ਪਿੰਡਾਂ ਵਿੱਚ ਪ੍ਰਚਾਰ ਕਰਦੇ ਫਿਰਦੇ ਹੋ, ਇਕੱਲੇ ਜਲੰਧਰ 'ਚ ਕਰਦੇ ਫਿਰਦੇ, ਇਕੱਲੇ ਪੰਜਾਬ ਨੂੰ ਬਚਾਉਂਦੇ ਫਿਰਦੇ, ਇਹ ਪੂਰਾ ਵਰਲਡ ਹੀ ਬਚ ਜਾਣਾ ਵਾ ਜਿਸ ਦਿਨ ਤੁਸੀਂ ਉਹ ਇੱਕ ਵੀ ਬੱਚਾ ਉੱਥੇ ਠੀਕ ਕਰਤਾ ਨਾ ਕੈਂਸਰ ਵਾਲਾ ਜਾ ਕੇ। ਤੇ ਮੈਂ ਕਹਿੰਦਾ ਸਾਰੇ ਨਾਲੇ ਕਰੋੜਾਂ ਰੁਪਈਆ ਇੱਥੇ ਲੋਕਾਂ ਕੋਲ 10-10 100-100 ਰੁਪਈਆ ਲੋਕਾਂ ਕੇ ਬਾਲਟੀਆਂ ਕਰਦੇ ਜਾ ਕੇ ਮੰਗਦੇ ਜੇ ਲੋਕਾਂ ਤੋਂ, ਉੱਥੇ ਅਰਬਾਂ ਖਰਬਾਂ ਰੁਪਈਆ ਲੈ ਕੇ ਪੰਜਾਬ ਨੂੰ ਆਪਣਾ ਵੱਡਾ ਚਰਚ ਬਣਾਓ। ਨਾਲ ਤੁਹਾਡੇ ਅਸੀਂ ਲੱਗਦੇ ਕਰਾਂਗੇ ਸੇਵਾ ਖੁੱਲ੍ਹ ਕੇ, ਜਿੱਥੇ ਕਹੋਗੇ ਮੈਂ ਨਾ ਜੋੜਿਆਂ 'ਤੇ ਸੇਵਾ ਲਾ ਲਓ, ਲੈਟਰੀਆਂ ਚਲਾ ਦਿਓ, ਉੱਥੇ ਕਰ ਦਾਂਗੇ। ਇੱਥੇ 100-100 ਰੁਪਈਏ ਦੀ ਐਡੀ ਐਡੀ ਸ਼ੀਸ਼ੀ ਤੇਲ ਦੀ ਵਿਕਦੀ, 100-100 ਰੁਪਈਏ ਦੀ। ਮੈਂ ਨਾ ਚਿੱਟੇ ਨਾਲੋਂ ਜ਼ਿਆਦਾ ਕਾਰੋਬਾਰ ਤੇ ਇਹਨਾਂ ਦਾ ਚੱਲਣ ਦਿਆ। ਚਿੱਟੇ ਦਾ ਕਿੱਡਾ ਤਕੜਾ ਰਿਸਕ ਕੋਈ ਲਿਆ ਕੇ ਵੇਚੂਗਾ ਪੁੜੀ, ਤੇ ਫਿਰ ਉਹ 100-200 ਰੁਪਈਆ ਬਣਾਊਗਾ। ਐਡੀ ਕਿ ਸ਼ੀਸ਼ੀ ਤੇਲ ਦੀ ਭਰਦੇ ਬਾਹਰ ਰੱਖ ਕੇ ਬੈਠੇ, ਕਿਸੇ ਨੂੰ ਲੰਗਰ ਨਹੀਂ, ਕਿਸੇ ਨੂੰ ਪਾਣੀ ਨਹੀਂ, ਕਿਸੇ ਦਾ ਕੋਈ ਹਾਲ ਚਾਲ ਨਹੀਂ ਪੁੱਛਣਾ। ਧੱਕੇ ਮਾਰ ਕੇ 100-100 ਰੁਪਏ ਦੀ ਸ਼ੀਸ਼ੀ ਤੇਲ ਦੀ ਖਰੀਦਣੀ ਪੈਂਦੀ। ਮੈਂ ਵੀ ਖਰੀਦ ਕੇ ਲਿਆਉਂਦਾ, ਆਂਢੀ ਗੁਆਂਢੀ ਵੀ ਪੈਸੇ ਫੜਾ ਦਿੰਦੇ ਵੀ ਆ ਸਾਡੇ ਕੋਲ ਤਾਂ ਜਾ ਨਹੀਂ ਜਾਣਾ, ਆ 100 ਰੁਪਈਆ ਸਾਡਾ ਵੀ ਲਾਈ ਸਾਨੂੰ ਇੱਕ ਸ਼ੀਸ਼ੀ ਤੇਲ ਦੀ। ਐਡੀ ਸ਼ੀਸ਼ੀ ਵੀਰੋ, ਜਿਹੜੀ ਅੱਖ 'ਚ ਪਾਉਣ ਵਾਲਾ ਦਾਰੂ, ਉਹਦੇ ਵਿੱਚ ਭਰੀਆਂ ਤੇਲ ਐਡਾ ਐਡਾ ਸਰੋਂ ਦਾ, 100-100 ਰੁਪਏ ਦੀ ਸ਼ੀਸ਼ੀ ਉਹ ਵਿਕਣਦੀ ਆ। ਇੱਥੇ ਲੋਕਾਂ ਨਾਲ ਠੱਗੀਆਂ ਮਾਰਦੇ 100-100 ਰੁਪਏ ਦੀਆਂ। ਆਓ ਤੁਹਾਡਾ ਪੂਰਾ ਵਰਲਡ ਲੈਵਲ 'ਤੇ ਪ੍ਰਚਾਰ ਹੋਊਗਾ, ਜਾ ਕੇ ਕਰ ਦਿਓ ਕੈਂਸਰ ਵਾਲਾ ਮਰੀਜ਼ ਠੀਕ। ਇੱਕ ਵੀ ਤੇ ਮੈਂ ਮੰਨ ਜੂ, ਤੁਹਾਨੂੰ ਪੂਰਾ ਵਰਲਡ ਮੰਨ ਜੂਗਾ ਉਦਣ। ਤੇ ਹਾਂ, ਹੋਰ ਰਹੀ ਗੱਲ ਇੱਕ, ਇਹ ਹੁਣ ਕਹਿਣਗੇ ਵੀ ਇਸ ਤਰ੍ਹਾਂ ਤੂੰ ਚੈਲੰਜ ਕਰਦਾ ਖੁਦਾ ਨੂੰ, ਤੇਰੇ ਆਖੇ ਲੱਗੇ ਪਰਮੇਸ਼ਰ, ਤੇਰੇ ਆਖੇ ਕੰਮ ਕਰੂਗਾ ਉਹ। ਮੈਂ ਕਹਿੰਦਾ ਇੱਥੇ ਨਾ ਇੱਕ ਸਾਡੇ ਇੱਥੇ ਵਿਚਾਰੇ ਨੂੰ ਪਿੰਡ 'ਚ ਕਿਸੇ ਨੂੰ ਲੋੜ ਪੈ ਗਈ ਕਰੋਨਾ ਤੋਂ ਬਾਅਦ 'ਚ, ਉਹਨਾਂ ਨੂੰ ਪੈਸਿਆਂ ਦੀ ਲੋੜ ਪੈ ਗਈ, ਉਹਨਾਂ ਦੇ ਬੱਚੇ ਨੇ ਐਮਰਜੈਂਸੀ ਜਾਣਾ ਸੀ ਬਾਹਰ, ਉਹਨਾਂ ਨੇ ਕਦੀ ਕਿਸੇ ਨੂੰ ਖੜ, ਕਦੀ ਕਿਸੇ ਨੂੰ ਖੜ। ਸਿਆਣੇ, ਇਹ ਮੈਂ ਉਦਾਹਰਨ ਦੇਣ ਲੱਗਾ, ਸਿਆਣੇ ਬਿਆਣੇ ਬੰਦਿਆਂ ਨੂੰ ਖੜਿਆ ਕਿਸੇ ਕੋਲ ਪੈਸੇ ਲੈਣ ਵਾਸਤੇ, ਉਹਨਾਂ ਨੇ ਨਹੀਂ ਦਿੱਤੇ ਪੈਸੇ। ਉਹ ਮੁੜ ਕੇ ਮੇਰੇ ਕੋਲ ਆ ਜਾਂਦੇ ਵੀ ਵੀਰ ਉਹ ਬੰਦੇ ਪੈਸੇ ਨਹੀਂ ਦੇ ਰਹੇ, ਆਪਾਂ ਨੂੰ ਲੋੜ ਹੈ ਵੀ ਜਿੰਨਾ ਵਿਆਜ ਲਾਉਣਗੇ ਲਾ ਦੇਣਗੇ। ਮੁੜ ਕੇ ਮੈਂ ਨਾਲ ਗਿਆ, ਉਹਨਾਂ ਨੇ ਇੱਕੋ ਵਾਰੀ ਕੱਢ ਕੇ ਕਹਿੰਦੇ ਮਨਜੀਤ ਤੂੰ ਆ ਗਿਆ ਵਾ, ਆਲੇ ਫੜ ਪੈਸੇ 5 ਲੱਖ ਰੁਪਈਆ ਮੈਂ ਪਰਿਵਾਰ ਨੂੰ ਦਵਾਇਆ, ਪਰਿਵਾਰ ਮੂੰਹ 'ਤੇ ਆ ਜਾਊਗਾ। ਮੇਰੇ ਕਹਿਣ 'ਤੇ 5 ਲੱਖ ਰੁਪਈਆ। ਤੁਸੀਂ ਉਹ ਬੰਦਾ ਲਿਆਓ ਜਿਹਦੀ ਪਰਮੇਸ਼ਰ ਮੰਨਦਾ ਵਾ। ਤੁਹਾਡੇ ਕੋਲ ਇੱਕ ਬੰਦਾ ਨਹੀਂ ਹੈਗਾ ਜਿਹਦੀ ਪਰਮੇਸ਼ਰ ਮੰਨਦਾ ਹੋਵੇ। ਸਾਡੇ ਕਹਿਣ 'ਤੇ ਨਹੀਂ, ਅਸੀਂ ਪਰਮੇਸ਼ਰ ਨੂੰ ਕਿੱਥੋਂ ਚੈਲੰਜ ਕਰ ਦਾਂਗੇ। ਤੁਸੀਂ ਕਹਿਣਾ ਜੀ ਪਰਮੇਸ਼ਰ ਸਾਡੇ ਹੁਣ ਆ ਗਈ ਸਾਡੀ ਇੱਜ਼ਤ ਦੀ ਸਵਾਲ, ਨਾਲੇ ਤੇਰੇ ਇੱਜ਼ਤ ਦਾ ਸਵਾਲ ਆ ਗਿਆ, ਹੁਣ ਸ਼ਕਤੀ ਵਿਖਾ ਦੇ, ਇੱਕ ਹੀ ਕਰਦੇ ਠੀਕ ਇੱਥੇ, ਬਾਕੀ ਰਹਿਣ ਦੇ ਕੋਈ ਗੱਲ ਨਹੀਂ। ਕਿਉਂਕਿ ਮੇਰੀ ਉਦੋਂ ਇੱਜ਼ਤ ਦਾ ਸਵਾਲ ਹੀ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭਾਅ ਜੀ ਮੈਂ ਆਇਆ, ਹੁਣ ਮੈਨੂੰ ਨਹੀਂ ਪਤਾ ਪਹਿਲਾਂ ਕੌਣ ਆ ਗਿਆ ਇੱਥੇ ਪੈਸੇ ਮੰਗਣ ਤੁਹਾਡੇ ਕੋਲ, ਮੈਂ ਹੁਣ ਲੈ ਕੇ ਜਾਣੇ ਜੋ। ਤੁਸੀਂ ਉੱਥੇ ਪਰਮੇਸ਼ਰ ਨੂੰ ਕਹੇ ਵੀ ਪਰਮੇਸ਼ਰ ਹੁਣ ਮੈਂ ਆਇਆ ਵਾਂ। ਨਰੋਲਿਆ ਤੂੰ ਕਹੇ ਪਰਮੇਸ਼ਰ ਨੂੰ ਵੀ ਪਰਮੇਸ਼ਰ ਮੈਂ ਆਇਆ, ਹੁਣ ਪੰਜਾਬ 'ਚ ਸਭ ਤੋਂ ਵੱਡਾ ਪਾਸਟਰ ਮੈਂ ਆ, ਮੇਰੇ ਆਖੇ ਤੈਨੂੰ ਇਹ ਕੰਮ ਕਰਨਾ ਪੈਣਾ। ਮੈਨੂੰ ਨਹੀਂ ਪਤਾ ਬੰਦੇ ਦਾ ਵਿਸ਼ਵਾਸ ਹੈਗਾ ਕਿ ਨਹੀਂ ਹੈਗਾ, ਮੈਨੂੰ ਨਹੀਂ ਪਤਾ ਬੰਦੇ ਕੱਲ੍ਹ ਨੂੰ ਤੈਨੂੰ ਮੰਨਣਗੇ ਕਿ ਨਹੀਂ ਮੰਨਣਗੇ, ਛੱਡ ਜਾਣਗੇ। ਪਰ ਤੂੰ ਇੱਥੇ ਇੱਕ ਵਾਰੀ ਮੇਰੇ ਕਹਿਣ 'ਤੇ ਇਹ ਕੰਮ ਕਰ ਦੇ, ਇਹ ਹੁੰਦੀ ਵਾਕਈ ਪਤਾ ਲੱਗ ਜੂ ਵੀ ਪਰਮੇਸ਼ਰ ਤੁਹਾਡੀ ਮੰਨਦਾ, ਤੁਹਾਡੇ 'ਚ ਕੋਈ ਸ਼ਕਤੀ ਹੈਗੀ ਆ, ਜਾਂ ਕੋਈ ਪਰਮੇਸ਼ਰ ਜਿੰਦਾ ਹੈਗਾ ਵਾ। ਜੇ ਭਾਜੀ ਤੁਸੀਂ ਜਿੰਦੇ ਵਾਲੇ ਪਾਸੇ ਗੱਲ ਕਰਦੇ ਨਾ ਮੇਰੇ ਕੋਲ, ਮੈਂ ਕਹਿੰਦਾ ਤੁਸੀਂ ਸਰਦਾਰ ਜੀ ਮਹੀਨਾ ਲਗਾਤਾਰ ਆਈ ਜਾਓ ਇੱਥੇ, ਇਹੋ ਜਿਹੀਆਂ ਤੁਹਾਨੂੰ ਗੱਲਾਂ ਕੱਢ ਕੇ ਦੱਸੂਗਾ ਕੈਮਰੇ 'ਤੇ, ਤੁਸੀਂ ਹੈਰਾਨ ਹੋ ਜਾਓਗੇ। ਜੇ ਤੁਸੀਂ ਜਿੰਦਾ ਪਰਮੇਸ਼ਰ ਦੀ ਗੱਲ ਕਰਦੇ ਹੋ, ਜਿੰਦਾ ਅਸਮਾਨ 'ਚ ਗਿਆ, ਤੇ ਸਾਡੇ 10 ਗੁਰੂਆਂ 'ਚ ਪਤਾ ਨਹੀਂ ਕਿੰਨਿਆਂ ਦੀਆਂ ਡੈੱਡ ਬੋਡੀਆਂ ਹਜੇ ਤੱਕ ਨਹੀਂ ਲੱਭੀਆਂ, ਉਹ ਵੀ ਸਾਰੇ ਜਿੰਦੇ ਗਏ ਆ। ਸਾਡਾ 10ਵੇਂ ਪਾਤਸ਼ਾਹ ਘੋੜੇ ਸਮੇਤ ਚੱਲ ਗਿਆ ਸਵਰਗ ਨੂੰ। ਇੱਥੇ ਤਾਂ ਯਿਸੂ ਮਸੀਹ ਤੇ ਵਿਚਾਰਾ ਸਲੀਬ 'ਤੇ ਹੀ, ਪਤਾ ਨਹੀਂ ਜਾਇਆ ਗਿਆ ਕਿ ਨਹੀਂ ਜਾਇਆ ਗਿਆ, ਮੈਂ ਚਲੋ ਉੱਥੇ ਨਹੀਂ ਗੱਲ ਕਰਦਾ। ਪਰ ਉਹ ਸਾਡੇ 'ਚ ਪ੍ਰਚਾਰ ਦੀ ਕਮੀ ਹੈ ਵੀਰੋ। 10ਵੇਂ ਪਾਤਸ਼ਾਹ ਦਾ ਵੇਖੋ ਤੁਸੀਂ, ਤਾਂ ਜੀਂਦਾ ਘੋੜੇ ਦੇ ਸਣੇ ਹੀ ਚੱਲ ਗਿਆ ਸਵਰਗ ਨੂੰ। ਅਤੇ ਕਿਹੜੀਆਂ ਗੱਲਾਂ ਆਪਾਂ ਕਰਦੇ ਵੀ ਉਹ ਸਵਰਗ ਨੂੰ ਉਹੀ ਗੱਲਾਂ ਗਿਆ ਵਾ। ਇੱਕ ਡਿਸਕਵਰੀ ਚੈਨਲ 'ਤੇ ਵੀਰੋ ਜੋਰਜ ਗੈਟਸੈਕ ਉਹਦਾ ਪ੍ਰੋਗਰਾਮ ਆਉਂਦਾ ਬੰਦੇ ਦਾ, ਉਹਨੂੰ ਐਡੀ ਹੱਡੀ ਲੱਭ ਗਈ ਆ ਪੈਰ ਦੀ, ਹੱਡੀ ਦੇ ਵਿੱਚ ਕਿੱਲ ਠੁਕਿਆ ਵਾ, ਅਤੇ ਕਿੱਲ ਦੇ ਨਾਲ ਉਹ ਲੱਕੜ ਲੱਗੀ ਆ, ਅਤੇ ਉਹ ਦਾਅਵਾ ਕੀਤਾ ਜਾ ਰਿਹਾ ਵੀ ਉਹ ਹੱਡੀ ਯਿਸੂ ਮਸੀਹ ਦੀ ਆ। ਜੇ ਜਿੰਦਾ ਗਿਆ ਵਾ ਤਾਂ ਉਹ ਹੱਡੀ ਉੱਥੇ ਕਿਸ ਤਰ੍ਹਾਂ ਰਹਿ ਗਈ ਪੈਰ ਦੀ। ਗੱਲ ਕਰੀ ਮਨਜੀਤ ਜੀ, ਤੁਸੀਂ ਹੁਣ ਹੀ ਕਿਉਂ ਸਾਹਮਣੇ ਆਏ ਜੇ, ਹੁਣ ਕਿਉਂ ਇਲਜ਼ਾਮ ਲਗਾ ਰਹੇ ਹੋ? ਬੜਾ ਲੰਮਾ ਸਮਾਂ ਤੁਸੀਂ ਜਿਹੜਾ ਵਾ ਕ੍ਰਿਸਚਨ ਭਾਈਚਾਰੇ 'ਚ ਰਹੇ ਹੋ, ਤੁਹਾਡੀ ਮਾਤਾ 'ਤੇ ਬਹੁਤ ਵਿਸ਼ਵਾਸ ਕੀਤਾ ਪਰਮੇਸ਼ਵਰ 'ਤੇ, ਹੁਣ ਹੀ ਕਿਉਂ ਤੁਸੀਂ ਸਾਹਮਣੇ ਆ ਰਹੇ? ਇਹ ਲੱਗਦਾ ਨਹੀਂ ਕਿਤੇ ਕ੍ਰਿਸਚਨ ਭਾਈਚਾਰੇ ਨੂੰ ਕਿਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਤੇ? ਬਦਨਾਮ ਵੀਰ ਜੀ ਵੇਖੋ, ਮੈਂ ਹੁਣ ਵੀ ਨਹੀਂ ਸਾਹਮਣੇ ਆਉਣਾ, ਪਰ ਜਦੋਂ ਮਾਤਾ ਆਣ ਰੋਜ਼ ਵਿਚਾਰੀ ਮੈਨੂੰ ਤੰਗ ਕਰਦੀ, ਮੇਰੇ ਕੋਲ ਉਹਦਾ ਦੁੱਖ ਵੇਖਣ ਨਹੀਂ ਜਾਂਦਾ। ਚਲੋ ਉਹਨੇ ਜੋ ਸਾਨੂੰ ਦੁੱਖ ਦੇ ਤੇ ਪਾਸਟਰਾਂ ਦੇ ਪਿੱਛੇ ਲੱਗ ਕੇ, ਕੋਈ ਗੱਲ ਨਹੀਂ,
ਮਾਂ ਜਿਹੜੀ ਆਪਣੇ ਮਤਲਬ ਉਹ ਮੁੱਕਰ ਗਈ ਆਪਣੇ ਉਹ ਕੀ ਕਹਿੰਦੇ ਹੁੰਦੇ ਆ ਆਪਣਾ ਵਾਅਦੇ ਤੋਂ ਕਹਿ ਲਓ, ਜਾਂ ਜਿਹੜੇ ਉਹਦਾ ਫਰਜ਼ ਬਣਦਾ ਸੀ ਉਹਨੇ ਆਪਣਾ ਫਰਜ਼ ਨਹੀਂ ਨਿਭਾਇਆ। ਪਰ ਮੈਂ ਪੋਤਿਆਂ, ਮੈਂ ਚਾਹੇ ਉਹ ਦੁਨੀਆ ਤੇ ਨਹੀਂ ਰਹੀ, ਮੈਂ ਅੱਜ ਵੀ ਆਪਣਾ ਜਿਹੜਾ ਬੇਟਾ ਹੋਣ ਦਾ ਫਰਜ਼ ਨਿਭਾਊਂਗਾ। ਮੇਰੀ ਮਾਂ ਕਰਕੇ ਮੈਨੂੰ ਕੈਮਰੇ ਤੇ ਆਉਣਾ ਪਿਆ, ਤੇ ਜਦੋਂ ਪਾਣੀ ਸਿਰ ਤੋਂ ਹੀ ਲੰਘ ਗਿਆ, ਹਟ ਹੀ ਨਹੀਂ ਰਹੇ, ਲੋਕਾਂ ਨੂੰ ਇੰਨਾ ਬੇਵਕੂਫ ਬਣਾ ਰਿਹਾ। ਆ ਜਵਾਨ ਮੁੰਡਾ ਇੱਥੇ ਆਣ ਕੇ, ਉਹ ਵੀ ਮੇਰੇ ਵਾਂਗੂ ਕਾਫੀ ਸਾਰੇ ਜਣੇ ਤੁਹਾਡੇ ਕੈਮਰੇ ਤੇ ਆਉਣਗੇ, 4-5 ਫੋਨ ਮੈਨੂੰ ਉਹਨਾਂ ਨੇ ਵਿਚਾਰੇ ਨੇ ਕੀਤੇ, ਕਹਿੰਦੇ ਵੀਰ ਜੀ ਮੇਰੀ ਮਾਤਾ ਤੇ ਮੇਰੀ ਸਿਸਟਰ ਵੀ ਲੱਗੀ ਚਰਚ ਜਾਣਾ, ਤੇ ਮੈਂ ਸਾਰੀ ਦਿਹਾੜੀ ਮਿਹਨਤ ਕਰਕੇ ਕਮਾਈ ਕਰਕੇ ਲਿਆਉਣਾ, ਤੇ ਆਉਂਦੇ ਨੂੰ ਮੇਰੇ ਆਉਂਦੇ ਨੂੰ ਪਾਸਟਰ ਕੋਈ ਬੈਠਾ ਹੁੰਦਾ ਤੇ ਉਹ ਪੈਸੇ ਲੈ ਜਾਂਦਾ ਆਣ ਕੇ, ਤੇ ਉਹ ਵਿਚਾਰਿਆਂ ਦੇ ਦੁੱਖ ਮੇਰੇ ਕੋਲ ਲੋਕਾਂ ਦੇ ਵੇਖੇ ਨਹੀਂ ਜਾਂਦੇ। ਮੇਰੇ ਨਾਲ ਜੋ ਕੁਝ ਹੋ ਗਿਆ, ਪਰ ਮੈਂ ਪੰਜਾਬ ਵਿੱਚ ਹੋਰ ਕਿਸੇ ਨਾਲ ਕੁਛ ਨਹੀਂ ਹੋਣ ਦੇਣਾ। ਸੱਚਾਈ ਦਾ ਪ੍ਰਚਾਰ ਕਰੋ, ਤੁਹਾਡੇ ਨਾਲ ਆ, ਪਰ ਲੋਕਾਂ ਨੂੰ ਬੇਵਕੂਫ ਬਣਾ ਕੇ ਝੂਠ ਮਾਰ ਕੇ ਨਾ ਲੋਕਾਂ ਕੋਲ ਪੈਸੇ ਠੱਗੋ ਵੀ ਤੁਹਾਨੂੰ ਠੀਕ ਕਰ ਦਾਂਗੇ। ਜੇ ਕਰ ਦਾਂਗੇ ਠੀਕ, ਤੇ ਕੋਈ ਬੰਦਾ ਜਿਹੜਾ ਤੁਹਾਡਾ ਜਿਹਦੀ ਵਾਕਈ ਰੱਬ ਤੁਹਾਡਾ ਜਿਹਦੀ ਮੰਨਦਾ ਵਾ, ਉਹ ਬੰਦੇ ਨੂੰ ਨਾਲ ਲਿਓ। ਆਪਾਂ ਉਹਨੂੰ ਨਜਾਲ ਜਾ ਕੇ ਸਾਡੀ ਤਾਂ ਮੰਨਣੀ ਰੱਬ ਨੇ, ਕਿਉਂਕਿ ਸਾਡਾ ਵਿਸ਼ਵਾਸ ਨਹੀਂ ਹੈਗਾ, ਅਸੀਂ ਮੰਨਦੇ ਨਹੀਂ ਆ। ਤੁਸੀਂ ਕਹਿੰਦੇ ਜੋ ਤੁਹਾਡੇ ਕਹਿਣ ਦੇ ਮੁਤਾਬਕ, ਜਿਹੜਾ ਰੱਬ ਨੂੰ ਮੰਨਦਾ, ਜਿਹੜਾ ਕੋਈ ਸੱਚਾ ਬੰਦਾ, ਉਹਦੇ ਆਖਿਆ ਇੱਕ ਕੰਮ ਤੇ ਰੱਬ ਕਰੂਗਾ ਯਾਰ। ਜੇ ਮੈਂ ਰੱਬ ਨੂੰ ਮੰਨਦਾ, ਮੇਰੇ ਆਖੇ ਇੱਕ ਕੰਮ ਉਹਨਾਂ ਰੱਬ ਕਰੇ, ਤੇ ਮੈਂ ਫਿਰ ਕਹਿਣਾ ਰੱਬ ਨੂੰ ਯਾਰ ਮੈਂ ਤੇਰੇ ਕੋਲ ਕੀ ਲੈਣਾ। ਹਾਂ, ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਜਦੋਂ ਦਾ ਚੱਲਿਆ ਵਾਂ ਵੀਰ ਜੀ, ਅੱਜ ਤੱਕ ਕਦੀ ਕਿਸੇ ਅੱਗੇ ਹੱਥ ਨਹੀਂ ਅੱਡੇ। 2 ਸਿਸਟਰਾਂ ਵਿਆਹੀਆਂ, ਮਾੜਾ ਚੰਗਾ ਆਪਣਾ ਘਰ ਬਣਾਇਆ, ਜਿਮ ਬਣਾਇਆ, ਗੱਡੀ ਮੇਰੇ ਕੋਲ ਆ, ਲਾਇਸੈਂਸੀ ਅਸਲਾ ਰੱਖਿਆ ਵਾ, ਸਾਰਾ ਕੁਛ ਰੱਬ ਨੇ ਦਿੱਤਾ। ਬੜੀ ਕਿਰਪਾ ਪਰਮਾਤਮਾ ਦੀ। ਪਰਮਾਤਮਾ ਨੂੰ ਇਹ ਕਿਹਾ ਸੀ, ਪਰਮਾਤਮਾ ਤੂੰ ਮੈਨੂੰ ਹੱਥ ਦੋ ਕੇ ਦੇ ਕੇ ਘਰ ਤੱਕ, ਕਮਾਈ ਮੈਂ ਆਪੇ ਕਰ ਲੂੰਗਾ। ਵਾ ਮੇਰੀ ਮਾਤਾ ਨੂੰ ਸੁਧਾਰ ਜੇ ਕਿਸੇ ਤਰੀਕੇ ਨਾਲ ਸੁਧਾਰਿਆ ਜਾਂਦਾ, ਪਰ ਉਹਦਾ ਦਿਮਾਗ ਹੀ ਇਹਨਾਂ ਨੇ ਇੰਨਾ ਖਰਾਬ ਕਰ ਦਿੱਤਾ ਵੀ ਉਹ ਵਿਚਾਰੀ ਜਾਨੋਂ ਚਲ ਗਈ, ਪਰ ਸੁਧਰੀ ਨਹੀਂ। ਇਹਨਾਂ ਦੇ ਪਿੱਛੇ ਲੱਗਣੋਂ ਹਟੀ ਨਹੀਂ। ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਗੱਲਬਾਤ ਕੀਤੀ ਮਨਜੀਤ ਸਿੰਘ, ਜਿਹੜਾ ਕਿ ਪਿੰਡ ਖਾਸਿਆ ਰਹਿਣ ਵਾਲਾ ਵਾ। ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਇਹਨਾਂ ਨੇ ਜਿਹੜੇ ਨੌਜਵਾਨ ਨੇ ਆਪਣੇ ਪਰਿਵਾਰ ਦੀ ਹੱਡਬੀਤੀ ਦੱਸੀ, ਕਿਸ ਤਰ੍ਹਾਂ ਇਸ ਪਰਿਵਾਰ ਨੂੰ ਕਿਸ ਤਰ੍ਹਾਂ ਜਿਹੜਾ ਧਰਮ ਪਰਿਵਰਤਨ ਕਰਾਇਆ ਗਿਆ। ਜਿਸ ਤਰ੍ਹਾਂ ਇਸ ਨੌਜਵਾਨ ਨੇ ਇਲਜ਼ਾਮ ਲਗਾਏ ਨੇ ਵੀ ਜਿਹੜੇ ਨਕਲੀ ਪਾਸਟਰ ਨੇ ਕਿਸ ਤਰ੍ਹਾਂ ਆ ਕੇ ਇਹਨਾਂ ਕੋਲ ਜਿਹੜੇ ਸਵਰਗਾਂ ਵਿੱਚ ਪਲਾਟ ਲੈਣ ਦੀ ਗੱਲ ਕੀਤੀ ਜਾਂਦੀ ਹੈ, ਵੀ ਸਵਰਗਾਂ ਵਿੱਚ ਪਲਾਟ ਨਾਂ 'ਤੇ ਜਿਹੜੇ ਆ ਪੈਸੇ ਲੈ ਗਏ ਸੀ। ਹੁਣ ਵੇਖਣਾ ਹੋਵੇਗਾ ਵੀ ਇਹਦੇ ਵਿੱਚ ਸੱਚਾਈ ਕਿੰਨੀ ਆ ਆਉਣ ਵਾਲੇ ਦਿਨਾਂ ਵਿੱਚ। ਮੈਨੂੰ ਦਿਓ ਇਜਾਜ਼ਤ। ਮੈਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।